सो सतगुर माहे समाना एह बाणी जो जियों जाने तिस अंतर रवै हर नाम बाणी गुरु गुरु है बाणी विच बाणी अमृत सारे गुर बाणी कहे सेवक जन माने पर तख गुरु निस्तारे बाणी बिरलो विचारसी जे को गुरमुख होए एह बाणी महापुरख की निज घर वासा होए श्री राग महला पहला सब रस मिठे मन्ने सोने सालोने खट तुरसी मुख बोलना मारण नाद किए शती अमृत पाओ एक जाको नदर करे बाबा और खाना खुशी खोवार जित खाद तन पीड़िय मन में चले विकार रहा रता पैनन मन रता सुपेदी सतदान नीली स्याही कदा करणी पहरण पैर त्यान कमर बंद संतोख का तन जो बन तेरा नाम बाबा होर पैनन खुशी खोवार जित पैंद तन पीड़िय मन में चले विकार
ਸਾਖਤ ਬੂਝਣ ਤੇਰੀ ਵਾਟ, ਤਰਕਸ ਤੀਰ ਕਮਾਨ ਸਾਂਗ, ਦੇਗ ਬੰਧ ਗੁਣ ਧਾਤ, ਵਾਜਾ ਨੇਜਾ ਪਤ ਸਿਉ, ਪ੍ਰਗਟ ਕਰਮ ਤੇਰਾ ਮੇਰੀ ਜਾਤ, ਬਾਬਾ ਹੋਰ ਚੜਨਾ ਖੁਸ਼ੀ ਖੁਆਰ, ਜਿਤ ਚੜਿਆ ਤਨ ਪੀੜੀਐ, ਮਨ ਮੈਂ ਚਲੈ ਵਿਕਾਰ, ਰਹਾਉ ਘਰ ਮੰਦਰ ਖੁਸ਼ੀ ਨਾਮ ਕੀ, ਨਦਰ ਤੇਰੀ ਪਰਵਾਰ, ਹੁਕਮ ਸੋਈ ਤੁਧ ਭਾਵਸੀ, ਹੋਰ ਆਖਣ ਬਹੁਤ ਅਪਾਰ, ਨਾਨਕ ਸੱਚਾ ਪਾਤਸ਼ਾਹ, ਪੂਛ ਨਾ ਕਰੇ ਵਿਚਾਰ, ਬਾਬਾ ਹੋਰ ਸੋਹਣਾ ਖੁਸ਼ੀ ਖੁਆਰ, ਜਿਤ ਸੁਤੈ ਤਨ ਪੀੜੀਐ, ਮਨ ਮੈਂ ਚਲੈ ਵਿਕਾਰ, ਬਾਬਾ ਹੋਰ ਸੋਹਣਾ ਖੁਸ਼ੀ ਖੁਆਰ, ਜਿਤ ਸੁਤੈ ਤਨ ਪੀੜੀਐ, ਮਨ ਮੈਂ ਚਲੈ ਵਿਕਾਰ, ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਜੋ ਸ਼੍ਰੀ ਰਾਗ ਅੰਦਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 17 ਅੰਗ ਤੇ ਦਰਜ ਹੈ। ਸਤਿਗੁਰੂ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ। ਇਸ ਪਾਵਨ ਸ਼ਬਦ ਦੀ ਵਿਚਾਰ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਆਪ ਜੀ ਨੂੰ ਸਰਵਣ ਕਰਵਾਉਣਗੇ। 2 ਦਿਨ ਆਪ ਜੀ ਦਾ ਸਮਾਂ ਹੈ ਸਾਡੇ ਪਾਸ। ਅੱਜ ਆਪ ਜੀ ਦੀ ਵਿਦਾਇਗੀ ਵੀ ਹੈ। ਪ੍ਰਬੰਧਕ ਸੇਵਾਦਾਰਾਂ ਵੱਲੋਂ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਅੰਮ੍ਰਿਤ ਸੰਚਾਰ ਅੱਜ 11 ਵਜੇ ਹੋਵੇਗਾ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹੌਸਪਿਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ।
ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਗੁਰੂ ਕੇ ਲੰਗਰਾਂ ਦੀ ਬੜੀ ਮਹਾਨ ਸੇਵਾ ਹੈ। ਪੂਰੀ ਦੁਨੀਆ ਦੇ ਵਿੱਚ ਸਿੱਖ ਕੌਮ ਦੀ ਇਸ ਗੱਲ ਦੇ ਨਾਲ ਸ਼ੋਭਾ ਹੈ, ਸ਼ਾਨ ਹੈ। ਔਰ ਇਹ ਰੱਬੀ ਸੇਵਾ ਦਾ ਸਭ ਤੋਂ ਉੱਤਮ ਤਰੀਕਾ ਹੈ ਕਿਸੇ ਭੁੱਖੇ ਨੂੰ ਰੋਟੀ ਦੇਣੀ। ਔਰ ਇਹ ਕਿਵੇਂ ਵੀ ਨਹੀਂ ਹੋ ਸਕਦਾ ਕਿ ਕੋਈ ਭੁੱਖਾ, ਕੋਈ ਭਜਨ ਬੰਦਗੀ ਵਿੱਚ ਭਿੱਜਿਆ ਹੋਇਆ ਵਿਅਕਤੀ ਸਾਡਾ ਘਰ ਦਾ ਦਰਵਾਜ਼ਾ ਖੜਕਾ ਕੇ ਕਵੇ ਕਿ ਮੈਨੂੰ ਪ੍ਰਸ਼ਾਦਾ ਦਿਓ। ਗੁਰੂ ਦੇ ਘਰ ਹਰ ਵਿਅਕਤੀ ਗੁਰੂ ਦਾ ਨਿਸ਼ਾਨ ਝੂਲਦਾ ਵੇਖ ਆਉਂਦਾ ਹੈ। ਇੱਥੋਂ ਉਸ ਦੀ ਤ੍ਰਿਪਤੀ ਹੁੰਦੀ ਹੈ। ਆਪਾਂ ਯਤਨ ਕਰੀਏ ਆਪਣੇ ਘਰ ਦੀ ਅੰਸ਼ ਇਹਨਾਂ ਗੁਰੂ ਕੇ ਲੰਗਰਾਂ ਵਿੱਚ ਜ਼ਰੂਰ ਆਵੇ। ਥੋੜ੍ਹੇ ਤੋਂ ਥੋੜ੍ਹਾ ਵੀ ਭਾਵੇਂ ਹਿੱਸਾ ਪਾਈਏ। ਅਸੀਂ ਝਾੜੂ ਲੈ ਕੇ, ਲੂਣ ਦੀ ਥੈਲੀ ਲੈ ਕੇ ਤੁਰੇ ਆਉਂਦੇ ਹਾਂ। ਕੀ ਕਰੀਏ? ਝਾੜੂ ਦਾ ਤੀਲਾ ਤੀਲਾ ਕਰਕੇ ਸੰਗਤ ਨੂੰ ਫੜਾ ਦਈਏ ਵੀ ਛਕ ਲਓ ਜੀ। ਆਟਾ ਹੋਏਗਾ ਤੇ ਪ੍ਰਸ਼ਾਦਾ ਬਣੇਗਾ, ਦੁੱਧ ਹੋਏਗਾ ਤੇ ਚਾਹ ਬਣੇਗੀ, ਚੌਲ ਆ ਜਾਣਗੇ, ਖੀਰ ਬਣ ਜਾਏਗੀ। ਝਾੜੂ ਦਾ ਕੀ ਕਰਾਂਗੇ? ਪਤਾ ਨਹੀਂ ਕਿੰਨੇ ਸਾਨੂੰ ਇਹ ਸੌਜੜ ਰਸਤੇ ਪਾ ਦਿੱਤਾ ਵੀ ਝਾੜੂ ਲੈ ਕੇ ਜਾਣਾ ਹੈ। ਸੋ ਅਕਲੀ ਕੀਚੇ ਦਾਨ ਦਾ ਪਾਠ ਜ਼ਰੂਰੀ ਹੈ। ਆਪਾਂ ਕਿਰਤ ਕਰਦੇ ਹਾਂ, ਆਪਾਂ ਚਾਹੁੰਦੇ ਹਾਂ ਸਾਡੀ ਕਿਰਤ ਸਫਲੀ ਹੋਵੇ ਤਾਂ ਦਸਵੰਧ ਕੱਢੋ। ਗੁਰੂ ਕੇ ਲੰਗਰਾਂ ਦੇ ਵਿੱਚ ਵੀ ਉਹਦਾ ਇੱਕ ਹਿੱਸਾ ਜ਼ਰੂਰ ਪਾਓ। ਬੱਚਿਆਂ ਦੀ ਪੜ੍ਹਾਈ, ਬਿਮਾਰਾਂ ਦੀ ਦਵਾਈ, ਕਿਸੇ ਨੰਗੇ ਨੂੰ ਕੱਪੜੇ, ਕਿਸੇ ਗਰੀਬ ਦੀ ਧੀ ਦਾ ਵਿਆਹ, ਕਿਸੇ ਗਰੀਬ ਨੂੰ ਪੈਸੇ, ਇੱਦਾਂ ਆਪਣੇ ਦਸਵੰਧ ਦੀ ਵਰਤੋਂ ਕਰਿਆ ਕਰੋ। ਸੰਗਰਾਂਦ 16 ਤਰੀਕ ਦੀ ਹੈ। 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ 22 ਤਰੀਕ ਨੂੰ ਹੈ, ਜੋ ਰਕਾਬਗੰਜ ਸਾਹਿਬ ਮਨਾਇਆ ਜਾਵੇਗਾ। 20 ਤਰੀਕ ਰਾਤਰੀ ਦੇ ਵਿਸ਼ੇਸ਼ ਕੀਰਤਨ ਸਮਾਗਮ ਸਰੋਵਰ ਦੀ ਪਰਿਕਰਮਾ ਵਿੱਚ ਹੋਣਗੇ। 20, 21 ਤੇ 22 ਬਹੁਤ ਸੁੰਦਰ ਦੀਪਮਾਲਾ ਹੋਏਗੀ। ਸਾਰੇ ਇਤਿਹਾਸਕ ਗੁਰਦੁਆਰਿਆਂ ਵਿੱਚ ਵੀ ਹੋਣੀ, ਪਰ ਬੰਗਲਾ ਸਾਹਿਬ ਵਿਸ਼ੇਸ਼ ਤੌਰ 'ਤੇ ਯਤਨ ਕੀਤਾ ਜਾਏਗਾ ਕਿ ਸੁੰਦਰ ਲਾਈਟਿੰਗ ਹੋਵੇ। ਹਾਜ਼ਰੀਆਂ ਭਰ ਕੇ ਸੇਵਾ ਕਰਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ। ਅਗਲੇ ਸਮੇਂ ਲਈ ਸਿੰਘ ਸਾਹਿਬ ਜੀ ਪਾਸੋਂ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। मैं नाही कछौ नहीं, किछ आह ना मोरा। अवसर लज्जा राख लेहो, सदना जन तोरा। जागत जोत सतगुरु धन श्री गुरु ग्रंथ साहिब पातशाह जी की पावन हसूरी अष्टम बलबीरा धन श्री गुरु हरकृष्ण साहिब महाराज की पावन चरण छो प्राप्त ये पवित्र अस्थान गुरुद्वारा बंगला साहिब विखे जुड़ बैठे अते देश विदेश विच इस सत्संगी लाहे नूं प्राप्त करन लई जुड़ बैठे समूह गुरमुख प्यारे सत्संगी जनों, अमृत के दाते सरबंसदानी धन गुरु गोबिंद सिंह साहिब महाराज जी की बख्शिश की हुई गुरफतेह सांझी करिए जी। वाहिगुरु जी का खालसा, वाहिगुरु जी की फतेह। अमृत वेले दे दीवान की हाज़री भरदे हाँ। गुरु की अमृत बाणी दे कीर्तन दे लाहे उपरंत गुरु दरबार विच धन गुरु ग्रंथ साहिब महाराज जी की अमृत बाणी की चल रही
ਲੜੀਵਾਰ ਸ਼ਬਦ ਵਿਚਾਰ 'ਚ ਆਦਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਰਾਗ ਦੇ ਵਿੱਚ ਇਹ ਅੰਮ੍ਰਿਤ ਬਚਨ ਗੁਰੂ ਘਰ ਦੇ ਮੁੱਖ ਗ੍ਰੰਥੀ ਸਤਿਕਾਰਯੋਗ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਰਾਂ ਦੇ ਪਾਸੋਂ ਆਪਾਂ ਨੇ ਸ਼ਰਵਣ ਕੀਤਾ ਹੈ। ਕੱਲ੍ਹ ਇਸ ਸ਼ਬਦ ਦੀ ਵਿਚਾਰ ਆਰੰਭ ਕੀਤੀ ਸੀ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਮੀਰੀ ਪੀਰੀ ਦਿਵਸ ਦੇ ਸੰਬੰਧ ਵਿੱਚ ਵੀ ਵਿਚਾਰ ਕਰਨੇ ਸੀ। ਇਸ ਕਰਕੇ ਇਹ ਸ਼ਬਦ ਦੀ ਵਿਚਾਰ ਸੰਪੂਰਨ ਨਹੀਂ ਸੀ ਹੋਈ। ਇਸੇ ਸ਼ਬਦ ਵਿਚਾਰ ਨੂੰ ਅੱਜ ਗੁਰੂ ਦੇ ਨਾਲ ਸੁਰਤੀਆਂ ਬਿਰਤੀਆਂ ਜੋੜ ਕੇ ਆਪਣੇ ਸਵਾਸਾਂ ਦੇ ਭਲੇ ਲਈ ਦ੍ਰਿੜ ਕਰਨ ਦਾ ਯਤਨ ਕਰੀਏ ਜੀ। ਧੰਨ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਨੇ ਇਹ ਜੋ ਬਚਨ ਸਾਡੀ ਝੋਲੀ ਪਾਇਆ ਹੈ, ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਇਹ ਬਚਨ 4 ਪਦਿਆਂ ਦਾ 4 ਬੰਦਾਂ ਵਾਲਾ ਬਚਨ ਹੈ। 4 ਪਦੇ ਨੇ ਤੇ 4 ਹੀ ਇਹਦੇ ਵਿੱਚ ਰਹਾਉ ਦੀਆਂ ਪੰਕਤੀਆਂ 4 ਵਾਰੀ ਆਈਆਂ ਨੇ। ਸਾਰੇ ਰਹਾਉ ਦੇ ਵਿੱਚ ਜੋ ਬਚਨ ਮਹਾਰਾਜ ਨੇ ਸਾਨੂੰ ਸਮਝਾਏ ਨੇ, ਕੇਂਦਰੀ ਭਾਵ ਜੋ ਹੈ ਉਹਦਾ ਪ੍ਰਸੰਗ ਇੱਕੋ ਹੀ ਹੈ, ਉਸ ਉਪਦੇਸ਼ ਦੀ ਭਾਵਨਾ ਇੱਕੋ ਹੀ ਹੈ। ਵੱਖ-ਵੱਖ ਪੱਖਾਂ ਤੋਂ ਮਹਾਰਾਜ ਨੇ ਉਸ ਨੂੰ ਸਾਡੇ ਲਈ ਬਖਸ਼ਿਸ਼ ਕੀਤਾ। ਪਹਿਲੇ ਬੰਦ ਵਿੱਚ ਮਹਾਰਾਜ ਨੇ ਜੋ ਅਸੀਂ ਰੋਜ਼ ਸਰੀਰਕ ਲੋੜ ਨੂੰ, ਸਰੀਰਕ ਭੁੱਖ ਨੂੰ, ਪਿਆਸ ਨੂੰ ਪੂਰੀਆਂ ਕਰਨ ਦੇ ਲਈ ਭੋਜਨ ਛਕਦੇ ਹਾਂ, ਤਰ੍ਹਾਂ ਤਰ੍ਹਾਂ ਦੇ ਪਦਾਰਥ, ਭਾਵੇਂ ਉਹ ਪੀਣ ਵਾਲੇ ਖਾਣ ਵਾਲੇ, ਉਹਨਾਂ ਨੂੰ ਪ੍ਰਮਾਣ ਰੂਪ ਦੇ ਵਿੱਚ ਆਧਾਰ ਬਣਾ ਕੇ ਨਾਮ ਸਿਮਰਨ ਦੀ ਮਹਿਮਾ ਜੀਵਨ ਦਾ ਆਧਾਰ, ਸੁਰਤੀ ਦਾ ਆਧਾਰ, ਮਨ ਦਾ ਆਧਾਰ, ਆਤਮਾ ਦਾ ਆਧਾਰ ਨਾਮ ਰੂਪੀ ਭੋਜਨ ਨੂੰ ਬਣਾਉਣ ਦੀ ਆਗਿਆ ਕੀਤੀ ਹੈ। ਸਰੀਰ ਦੀਆਂ ਭੁੱਖਾਂ ਦੁਨੀਆ ਦੇ ਪਦਾਰਥਾਂ ਨਾਲ, ਭੋਜਨ ਨਾਲ ਹੋ ਜਾਂਦੀਆਂ ਨੇ ਪੂਰੀਆਂ, ਪਰ ਮਨ ਦਾ ਰਜੇਵਾਂ, ਆਤਮਾ ਦੀ ਤ੍ਰਿਪਤੀ ਉਸ ਸਰੀਰ ਸੰਸਾਰਕ ਪਦਾਰਥਾਂ ਦੇ ਨਾਲ, ਭੋਜਨ ਦੇ ਨਾਲ ਨਹੀਂ ਹੁੰਦੀ। ਭਾਵੇਂ ਕਿ ਗੁਰੂ ਸਾਹਿਬ ਨੇ ਦੋਨੋਂ ਤਰ੍ਹਾਂ ਦੇ ਲੰਗਰਾਂ ਨੂੰ ਲੰਗਰ ਆਖ ਕੇ ਮਹਾਨਤਾ ਦਿੱਤੀ ਹੈ, ਇਸ ਦੀ ਲੋੜ ਨੂੰ ਪ੍ਰਵਾਨ ਕੀਤਾ ਹੈ। ਇਸੇ ਕਰਕੇ ਗੁਰੂ ਘਰਾਂ ਦੇ ਵਿੱਚ ਸ਼ਬਦ ਦਾ ਲੰਗਰ ਤੇ ਭੋਜਨ ਦਾ ਲੰਗਰ ਇਹ ਨਾਲ ਨਾਲ ਚੱਲਿਆ ਹੈ। ਪਰ ਮਹਾਰਾਜ ਕਹਿੰਦੇ ਭਈ ਤੁਹਾਡੇ ਜੀਵਨ ਦੇ ਵਿੱਚ ਜਿਹੜੀ ਸਦੀਵੀ ਆਨੰਦ ਦੀ ਤੁਸੀਂ ਆਪਣੇ ਅੰਦਰ ਇੱਛਾ ਰੱਖਦੇ ਹੋ, ਇੱਕ ਬੇਪਰਵਾਹੀ ਵਿੱਚ, ਇੱਕ ਅਡੋਲਤਾ ਵਿੱਚ, ਇੱਕ ਟਿਕਾਓ ਵਿੱਚ ਜੀਵਨ ਜਿਉਣ ਦੀ ਜਿਹੜੀ ਤੁਹਾਡੀ ਸਭ ਤੋਂ ਪ੍ਰਬਲ ਇੱਛਾ ਹੈ ਕਿ ਜੀਵਨ ਦਾ ਲੰਘ ਰਿਹਾ ਸਮਾਂ ਸੁਖ ਸ਼ਾਂਤੀ ਵਿੱਚ, ਆਨੰਦ ਵਿੱਚ ਬਤੀਤ ਹੋਵੇ, ਉਹਦੇ ਲਈ ਜਿਸ ਭੋਜਨ ਦੀ, ਜਿਸ ਪਦਾਰਥ ਦੀ ਲੋੜ ਹੈ, ਉਹ ਕਰਤਾ ਪੁਰਖ ਵਾਹਿਗੁਰੂ ਜੀ ਦੀ ਸ਼ੁਕਰਾਨੇ ਭਰੀ, ਪਿਆਰ ਭਰੀ ਯਾਦ ਹੈ। ਉਹ ਸੰਸਾਰਕ ਪਦਾਰਥਾਂ ਦੇ ਭੋਜਨ ਨਾਲ ਤ੍ਰਿਪਤ ਨਹੀਂ ਹੋਣੀ, ਉਹਦੇ ਨਾਲ ਇਹ ਤ੍ਰਿਪਤੀ ਮਿਲਣੀ ਹੈ। ਉਹਦੇ ਲਈ ਸਾਡੇ ਕੋਲ ਮਹਾਰਾਜ ਨੇ ਗੁਰ ਸ਼ਬਦ ਦੀ ਦਾਤ ਦਿੱਤੀ ਹੈ ਤੇ ਆਖਿਆ ਕਿ ਇਸ ਗੁਰ ਸ਼ਬਦ ਦੇ ਨਾਲ ਜੁੜ ਕੇ ਵਾਹਿਗੁਰੂ ਜੀ ਦੀਆਂ ਚੰਗਿਆਈਆਂ ਦਾ ਬੋਧ ਹਾਸਲ ਕਰੋ, ਸਤਸੰਗ ਵਿੱਚ ਮਿਲ ਬੈਠੋ, ਵਾਹਿਗੁਰੂ ਦੇ ਪਿਆਰਿਆਂ ਨਾਲ ਮਿਲ ਬੈਠੋ। ਇਹ ਜਿਹੜਾ ਮਨ ਦੁਨਿਆਵੀ ਬਿਰਤੀਆਂ ਦੇ ਵਿੱਚ, ਦੁਨਿਆਵੀ ਰੰਗ ਤਮਾਸ਼ਿਆਂ ਵਿੱਚ, ਚਸਕੀਆਂ ਦੇ ਵਿੱਚ ਖੱਚਿਤ ਹੋਇਆ ਹੋਇਆ ਹੈ, ਤੇ ਫਿਰ ਇਹ ਭੁੱਖਾਂ ਨੂੰ ਗੈਰ ਕੁਦਰਤੀ ਰੂਪ ਦੇ ਕੇ ਤ੍ਰਿਸ਼ਨਾਲੂ ਬਿਰਤੀ ਵਿੱਚ ਚਲਾ ਗਿਆ। ਇਸ ਨੂੰ ਉਸ ਭਟਕਣਾ ਤੋਂ, ਬੇਚੈਨੀ ਤੋਂ ਬਚਾਉਣ ਲਈ, ਇਹਦੇ ਅੰਦਰ ਟਿਕਾਓ ਲਿਆਉਣ ਲਈ ਗੁਰ ਸ਼ਬਦ ਦੇ ਪਹਿਰੇ ਵਿੱਚ ਲਿਆਓ, ਗੁਰ ਸ਼ਬਦ ਦੀ ਸੰਗਤ ਵਿੱਚ ਲਿਆਓ, ਗੁਰ ਸ਼ਬਦ ਨਾਲ ਜੁੜੇ ਹੋਏ ਪਿਆਰਿਆਂ ਦੀ ਸੰਗਤ ਵਿੱਚ ਮਿਲ ਬੈਠੋ। ਇੱਥੋਂ ਫਿਰ ਤੁਹਾਨੂੰ ਅਗਵਾਈ ਮਿਲੇਗੀ ਆਪਣੇ ਮਨ ਨੂੰ, ਆਪਣੀ ਸੁਰਤੀ ਨੂੰ ਦੁਨਿਆਵੀ ਰੰਗ ਤਮਾਸ਼ਿਆਂ ਵੱਲੋਂ ਹਟਾ ਕੇ ਵਾਹਿਗੁਰੂ ਜੀ ਦੀ
ਸ਼ੁਕਰਾਨੇ ਭਰੀ ਪਿਆਰ ਯਾਦ ਨਾਲ ਜੁੜਨ ਦੀ। ਅੱਜ ਸਾਡਾ ਧਿਆਨ ਦੁਨਿਆਵੀ ਰੰਗ ਤਮਾਸ਼ਿਆਂ ਵਿੱਚ, ਦੁਨਿਆਵੀ ਖਾਣ ਪੀਣ ਪਹਿਨਣ ਵਾਲੇ ਪਾਸੇ, ਦੁਨਿਆਵੀ ਸਵਾਰੀਆਂ, ਦੁਨਿਆਵੀ ਮਹਿਲ ਮਾੜੀਆਂ ਦੀ ਪ੍ਰਾਪਤੀ ਵਾਲੇ ਪਾਸੇ ਲੱਗਿਆ। ਤ੍ਰਿਪਤ ਨਹੀਂ ਹੁੰਦਾ, ਮਿਲ ਵੀ ਜਾਂਦਾ ਬਹੁਤ ਕੁਛ, ਪਰ ਹੋਰ ਹੋਰ ਦੀ ਮੰਗ ਉੱਠਦੀ ਰਹਿੰਦੀ ਹੈ। ਅਤੇ ਉਹ ਹੋਰ ਹੋਰ ਦੀ ਮੰਗ ਜਿਹੜੀ ਹੈ ਉਹ ਸਾਡੇ ਅੰਦਰ ਟਿਕਾਓ ਨਹੀਂ ਆਉਣ ਦਿੰਦੀ। ਦਿਨੇ ਰਾਤ ਦੌੜ ਭੱਜ ਲੱਗੀ ਰਹਿੰਦੀ ਹੈ, ਸ਼ੋਰੋ ਗੁਲ ਹੋਰ ਹੋਰ ਦਾ ਪਿਆ ਰਹਿੰਦਾ ਹੈ। ਮਹਾਰਾਜ ਕਹਿੰਦੇ ਉਹ ਗੱਲ ਫਿਰ ਤੁਹਾਡੇ ਭਾਵੇਂ ਖਾਣ ਪੀਣ ਦੀ ਹੋਵੇ, ਭਾਵੇਂ ਉਹ ਤੁਹਾਡੇ ਪਹਿਨਣ ਦੀ ਹੋਵੇ, ਸਰੀਰ ਨੂੰ ਕੱਜਣ ਦੀ ਹੋਵੇ, ਭਾਵੇਂ ਉਹ ਫਿਰ ਸਰੀਰ ਨੂੰ ਰਹਿਣ ਬਸੇਰੇ ਦੀ ਹੋਵੇ, ਘਰ ਦੀ ਹੋਵੇ, ਅਤੇ ਭਾਵੇਂ ਇਹ ਦੁਨਿਆਵੀ ਸਵਾਰੀਆਂ ਜਿਹੜੀਆਂ ਆਉਣ ਜਾਣ ਦਾ ਸਾਧਨ ਨੇ ਇਹ ਹੋਣ। ਇਹ ਸਾਰਿਆਂ ਦੀ ਜਿਹੜੀ ਮੰਗ ਹੈ ਨਾ ਹੋ ਜਾਣੀ ਚਾਹੀਦੀ ਹੈ ਪੂਰੀ। ਮਿਹਨਤ ਕਰੋ, ਕਿਰਤ ਕਰੋ, ਮਹਾਰਾਜ ਕਹਿੰਦੇ ਸੁਕ੍ਰਿਤ ਕਰੋ, ਉਦਮ ਕਰਦਿਆਂ, ਪੁਰਸ਼ਾਰਥ ਕਰਦਿਆਂ, ਸਤਿਗੁਰੂ ਦੇ ਭਰੋਸੇ ਵਿੱਚ ਝੋਲੀ ਅੱਡਦਿਆਂ ਮੰਗੋ, ਮਿਲ ਜਾਵੇ। ਪਰ ਇਹਦੇ ਵਿੱਚ ਤ੍ਰਿਪਤ ਹੋਣਾ ਸਿੱਖੋ। ਨਹੀਂ ਆਉਂਦੀ ਸਾਨੂੰ ਤ੍ਰਿਪਤੀ, ਨਹੀਂ ਆਉਂਦਾ ਰਜੇਵਾਂ। ਇੱਕ ਚੀਜ਼ ਮਿਲ ਜਾਂਦੀ ਹੈ, ਦੂਜਿਆਂ ਵੱਲ ਦੇਖ ਕੇ ਫਿਰ ਉਸ ਤੋਂ ਵੀ ਵੱਧ ਪ੍ਰਾਪਤ ਕਰਨ ਦੀ ਮਹਾਰਾਜ ਕਹਿੰਦੇ ਫਿਰ ਇਹ ਪਰ ਹੀ ਕੋ ਲੁਜੀ ਹੈ ਦੀ ਜਿਹੜੀ ਬਿਰਤੀ ਹੈ ਨਾ, ਇਹ ਸਾਡੇ ਜੀਵਨ ਦੇ ਵਿੱਚ ਟਿਕਾਓ ਨਹੀਂ ਆਉਣ ਦਿੰਦੀ। ਜੀਵਨ ਮੁੱਕ ਜਾਂਦਾ ਹੈ, ਇਹ ਭੁੱਖਾਂ ਨਹੀਂ ਮੁੱਕਦੀਆਂ, ਬੇਚੈਨੀ ਨਹੀਂ ਮੁੱਕਦੀ, ਇਹਦੇ ਵਾਸਤੇ ਕੀਤੀ ਹੋਈ ਦੌੜ ਭੱਜ ਜਿਹੜੀ ਹੈ ਉਹ ਨਹੀਂ ਮੁੱਕਦੀ। ਜੀਵਨ ਦਾ ਸਮਾਂ ਆਨੰਦ ਵੀ ਹੋਣਾ ਹੀ ਰਹਿ ਜਾਂਦਾ ਹੈ। ਸਾਹਿਬ ਜੀ ਕਹਿੰਦੇ ਜਿੱਥੇ ਵੀ ਨਾਮ ਵੀ ਹੋਣੀ, ਵਾਹਿਗੁਰੂ ਜੀ ਦੇ ਪਿਆਰ ਯਾਦ ਤੋਂ ਵੀ ਹੋਣੀ ਜ਼ਿੰਦਗੀ ਹੋਏਗੀ, ਉੱਥੇ ਇਸੇ ਤਰ੍ਹਾਂ ਦੀ ਬੇਚੈਨੀ ਬਣੀ ਰਹੇਗੀ। ਤਾਂ ਹੀ ਮਹਾਰਾਜ ਕਹਿੰਦੇ ਮੈਂ ਦੇਖਦਾ ਚਿੰਤਤ ਹੀ ਦੀਸੈ ਸਭ ਕੋਏ। ਇਹ ਸੰਸਾਰ ਚਿੰਤਾ ਧਰੋ ਕੇ ਜਿਉ ਰਿਹਾ, ਇਸ ਕਰਕੇ ਜਿਉ ਰਿਹਾ ਕਿ ਇਹਨੂੰ ਜਿਉਣ ਦੀ ਜਾਚ ਨਹੀਂ ਆ ਰਹੀ। ਇਸ ਸ਼ਬਦ ਦੇ ਰਾਹੀਂ ਗੁਰੂ ਪਾਤਸ਼ਾਹ ਨੇ, ਗੁਰੂ ਨਾਨਕ ਸਾਹਿਬ ਨੇ ਇੱਕ ਇਹੋ ਜਿਹੀ ਸੁਚੱਜੀ ਗੁਰਮਤਿ ਜੀਵਨ ਜੁਗਤ ਦੀ ਅਗਵਾਈ ਸਾਨੂੰ ਬਖਸ਼ਿਸ਼ ਕੀਤੀ ਹੈ, ਸੋਝੀ ਕਰਵਾਈ, ਜਿਹਦੇ ਅਪਣਾਉਣ ਨਾਲ, ਜਿਸ ਗੁਰਮਤਿ ਜੀਵਨ ਜੁਗਤ ਨੂੰ ਮਨ ਵਚਨ ਕਰਮ ਕਰਕੇ ਦ੍ਰਿੜ ਕਰਨ ਦੇ ਨਾਲ ਸਾਨੂੰ ਉਸ ਤਰ੍ਹਾਂ ਦਾ ਜੀਵਨ ਜਿਉਣ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ, ਜਿਸ ਗੁਰਮਤਿ ਅਨੁਸਾਰੀ ਜੀਵਨ ਨੂੰ ਜਿਉ ਕੇ ਅਸੀਂ ਸ਼ਿਕਵਿਆਂ ਵਿੱਚੋਂ ਨਿਕਲ ਕੇ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਾਲੀ ਪਿਆਰ ਯਾਦ ਵਿੱਚ ਤੂੰ ਹੀ ਤੇਰਾ ਤੇਰਾ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ, ਸ਼ੁਕਰ ਹੈ, ਇਸ ਮਨੋ ਅਵਸਥਾ ਦੇ ਧਾਰਨੀ ਬਣ ਸਕਦੇ ਹਾਂ। ਇਹ ਗੁਰਮਤਿ ਜੀਵਨ ਜੋਤ ਜਿਹੜੀ ਸਾਡੇ ਖਾਣ ਪੀਣ ਪਹਿਨਣ ਸਵਾਰੀਆਂ ਨਾਲ ਅਤੇ ਰਹਿਣ ਬਸੇਰਿਆਂ ਨਾਲ, ਘਰਾਂ ਨਾਲ ਸੰਬੰਧਿਤ ਹੈ, ਜਿਹੜੀਆਂ ਸਾਡੀਆਂ ਮੂਲ ਲੋੜਾਂ ਨੇ, ਮਹਾਰਾਜ ਨੇ ਉਹਦੀ ਚਰਚਾ ਕਰਦਿਆਂ ਉਸ ਗੁਰਮਤਿ ਜੀਵਨ ਜੁਗਤ ਦਾ ਵਰਣਨ ਇਸ ਸ਼ਬਦ ਵਿੱਚ ਕੀਤਾ। ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਸਾਹਿਬ ਨੇ ਜਿਹੜੇ 4 ਰਹਾਉ ਦੇ ਬਚਨ ਸਾਡੇ ਨਾਲ ਸਾਂਝੇ ਕੀਤੇ, ਉਹਦੇ ਵਿੱਚ ਗੁਰੂਦੇਵ ਇਹ ਗੱਲ ਸਾਨੂੰ ਹਲੂਣਾ ਦੇ ਕੇ, ਝੰਜੋੜਦਿਆਂ ਹੋਇਆਂ, ਸੁਚੇਤ ਕਰਦਿਆਂ ਹੋਇਆਂ ਬਖਸ਼ਿਸ਼ ਕਰਦੇ ਨੇ। ਪਹਿਲੇ ਰਹਾਉ ਦੇ ਬੰਦ ਵਿੱਚ ਪੰਕਤੀ ਵਿੱਚ ਸਾਹਿਬ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮੈਂ ਚਲੈ ਵਿਕਾਰ। ਭਲਿਓ ਸਤਿਕਾਰ ਨਾਲ ਲਫ਼ਜ਼ ਵਰਤਿਆ ਹੈ ਬਾਬਾ। ਇਹ ਗੁਰੂ ਦਾ ਉਪਕਾਰ ਹੈ ਸਾਡੇ 'ਤੇ। ਸਾਡੇ ਲਈ ਮਹਾਰਾਜ ਹਮੇਸ਼ਾ ਹੀ ਸਤਿਕਾਰ ਭਰੇ ਲਫ਼ਜ਼ ਵਰਤਦੇ। ਚੱਲ ਕੇ ਆਏ ਆ ਨਾ, ਗੁਰੂ ਨਾਲ ਇੱਕ ਮਿੱਤਰਤਾਈ ਵਾਲਾ ਰਿਸ਼ਤਾ, ਪਿਆਰ ਭਰਿਆ ਰਿਸ਼ਤਾ ਬਣਾਉਣ ਦੀ ਰੀਝ ਲੈ ਕੇ ਆਪਣੇ ਜੀਵਨ ਨੂੰ ਦੁੱਖਾਂ ਚਿੰਤਾਵਾਂ 'ਚੋਂ ਕੱਢ ਕੇ ਆਨੰਦ ਦੀ ਅਵਸਥਾ ਵਿੱਚ ਲਿਆਉਣ ਲਈ ਭਰੋਸਾ ਕਰਕੇ ਗੁਰੂ ਕੋਲ ਚੱਲ ਕੇ ਆਏ ਆ। ਸਾਡਾ ਚੱਲਣਾ ਗੁਰੂ ਨੇ ਪ੍ਰਵਾਨ ਕੀਤਾ, ਸਾਡਾ ਚੱਲ ਕੇ ਆਉਣਾ, ਸਾਡਾ ਗੁਰੂ ਦੇ ਸਾਹਮਣੇ ਝੋਲੀ ਅੱਡਣਾ, ਇਹਨੂੰ ਗੁਰੂ ਨੇ ਸਤਿਕਾਰ ਨਾਲ, ਪਿਆਰ ਨਾਲ, ਆਪਣਤ ਨਾਲ ਅਨੁਭਵ ਕਰਦਿਆਂ ਸਾਨੂੰ ਇਹ ਬਚਨ ਕੀਤੇ। ਭਲਿਓ ਗੁਰੂ ਦਰ 'ਤੇ ਆਉਣ ਵਾਲਿਓ, ਗੁਰੂ ਦੀ ਸੰਗਤ ਕਰਨ ਵਾਲਿਓ, ਇਸ ਗੱਲ ਨੂੰ ਚੇਤੇ ਰੱਖੋ। ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਕੇ ਦੁਨੀਆ ਦੇ ਖਾਣ ਪੀਣ ਦੇ ਪਦਾਰਥ ਮਿਹਨਤ ਕਰਕੇ, ਸੁਕ੍ਰਿਤ ਕਰਕੇ ਪ੍ਰਾਪਤ ਕਰੋਗੇ
ਤੁਹਾਡੇ ਜੀਵਨ ਦੇ ਵਿੱਚ ਖੁਆਰੀ ਨਹੀਂ ਆਏਗੀ। ਤੁਹਾਡੀਆਂ ਬਿਰਤੀਆਂ ਕਦੀ ਤ੍ਰਿਸ਼ਨਾਲੂ ਨਹੀਂ ਹੋਣਗੀਆਂ, ਹੋਰ ਦੀ ਬਿਰਤੀ ਤੁਹਾਡੇ ਅੰਦਰ ਨਹੀਂ ਆਏਗੀ ਜੇ ਇਹ ਸਾਰਾ ਉਦਮ ਕਰਦਿਆਂ ਹੋਇਆਂ ਪਦਾਰਥਾਂ ਦੀ ਪ੍ਰਾਪਤੀ ਦੇ ਲਈ ਮਿਹਨਤ ਕਰਦਿਆਂ ਹੋਇਆਂ ਜੇ ਨਾਲ ਨਾਲ ਵਾਹਿਗੁਰੂ ਜੀ ਦੇ ਨਾਮ ਸਿਮਰਨ ਨੂੰ ਯਾਦ ਰੱਖੋਗੇ, ਇਹ ਨਾਮ ਪਦਾਰਥ ਨੂੰ ਚੱਖਣ ਦੀ ਭੁੱਖ ਜਗਾ ਕੇ ਆਪਣੇ ਅੰਦਰ ਸਾਚਾ ਨਾਮ ਕੀ ਲਾਗੈ ਭੂਖ ਦੀ ਅਵਸਥਾ ਚੇਤਨਾ ਆਪਣੇ ਅੰਦਰ ਬਣਾ ਕੇ ਰੱਖੋਗੇ ਤਾਂ ਉਤ ਭੁੱਖੈ ਖਾਏ ਚਲੀਆਂ ਦੁੱਖ, ਜੀਵਨ ਵਿੱਚ ਦੁੱਖ ਚਿੰਤਾਵਾਂ ਨਹੀਂ ਆਉਣਗੀਆਂ, ਤ੍ਰਿਸ਼ਨਾ ਤੁਹਾਨੂੰ ਭਟਕਾਏਗੀ ਨਹੀਂ। ਪਰ ਜੇ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਾਮ ਸਿਮਰਨ ਨੂੰ ਛੱਡ ਕੇ ਇਹਨਾਂ ਪਦਾਰਥਾਂ ਨੂੰ ਪ੍ਰਾਪਤ ਕਰਨ ਦੇ ਵਿੱਚ ਤੇ ਫਿਰ ਇਹਨਾਂ ਦੇ ਮਾਲਕ ਬਣ ਕੇ ਇਹਨਾਂ ਤੇ ਕਾਬਜ਼ ਹੋ ਕੇ ਦੁਨੀਆ ਵੱਲ ਦੇਖ ਕੇ ਦੁਨੀਆ ਤੋਂ ਅੱਗੇ ਨਿਕਲ ਕੇ ਹੋਰ ਦੀ ਮੰਗ ਕਰੋਗੇ ਤਾਂ ਫਿਰ ਇਹਦੇ ਵਿੱਚੋਂ ਮਿਲਣ ਵਾਲੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਹੋਣਗੀਆਂ ਥੋੜ੍ਹ ਚਿਰੀਆਂ ਹੋਣਗੀਆਂ, ਪਰ ਨਾਲ ਹੀ ਖੁਆਰੀ ਲੈ ਕੇ ਆਉਣਗੀਆਂ, ਚਿੰਤਾਵਾਂ ਲੈ ਕੇ ਆਉਣਗੀਆਂ। ਪ੍ਰਾਪਤ ਕਰੋਗੇ ਪਰ ਉਹ ਪ੍ਰਾਪਤੀ ਦੇ ਵਿੱਚੋਂ ਮਿਲਣ ਵਾਲੀ ਖੁਸ਼ੀ ਸਦੀਵੀ ਖੁਸ਼ੀ, ਰੂਹਾਨੀ ਖੁਸ਼ੀ ਨਹੀਂ ਹੋਵੇਗੀ। ਉਹਦੇ ਵਿੱਚ ਕਿਤੇ ਨਾ ਕਿਤੇ ਖੁਆਰੀ ਦੀ, ਭਟਕਣਾ ਦੀ, ਬੇਚੈਨੀ ਦੀ, ਅਸ਼ਾਂਤੀ ਦੀ ਸੰਭਾਵਨਾ ਬਣੀ ਹੋਵੇਗੀ। ਇਹਦਾ ਖੁਲਾਸਾ ਮਹਾਰਾਜ ਇਸ਼ਾਰਤਨ ਇਸ ਸ਼ਬਦ ਵਿੱਚ ਵੀ ਕਰਦੇ ਅਤੇ ਬਾਣੀ ਦੇ ਵਿੱਚ ਮਹਾਰਾਜ ਨੇ ਥਾਂ ਤੇ ਕੀਤਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਵਾਹਿਗੁਰੂ ਜੀ ਦੇ ਨਾਮ ਭੋਜਨ ਨੂੰ ਚੱਖਣ ਤੋਂ ਬਗੈਰ ਹੋਰ ਜੋ ਕੁਛ ਵੀ ਇੱਥੇ ਖਾਧਾ ਪੀਤਾ ਜਾਏਗਾ, ਮਹਾਰਾਜ ਕਹਿੰਦੇ ਉਹਦੇ ਵਿੱਚੋਂ ਜਿਹੜੀ ਖੁਸ਼ੀ ਲੱਭਦੇ ਹੋ ਉਹ ਖੁਸ਼ੀ ਥੋੜ੍ਹੀ ਚਿਰੀ ਤੇ ਹੋ ਸਕਦੀ ਹੈ, ਪਰ ਉਸ ਦਾ ਅੰਤਮ ਨਤੀਜਾ ਉਹ ਖੁਆਰੀ, ਭਟਕਣਾ, ਬੇਚੈਨੀ ਹੁੰਦਾ ਹੈ। ਇਸ ਕਰਕੇ ਗੁਰੂਦੇਵ ਕਹਿੰਦੇ ਕੀ ਕਰੋ ਕਿ ਤੁਹਾਨੂੰ ਇਹ ਪਦਾਰਥ ਪ੍ਰਾਪਤ ਕਰਦੇ ਹਾਂ, ਇਹ ਪਦਾਰਥਾਂ ਨੂੰ ਭੋਗਦੇ ਹਾਂ, ਸਦੀਵੀ ਆਨੰਦ ਮਿਲੇ। ਤੁਹਾਡੀਆਂ ਜਿਹੜੀਆਂ ਮਨ ਦੀਆਂ ਭੁੱਖਾਂ ਨੇ, ਜਿੱਦਾਂ ਮੈਂ ਕੱਲ੍ਹ ਬੇਨਤੀ ਕੀਤੀ ਸੀ, ਸਰੀਰ ਦੀ ਭੁੱਖ ਤੇ ਮਿਟ ਜਾਂਦੀ ਹੈ, ਮਨ ਦੀ ਭੁੱਖ ਨਹੀਂ ਮਿਟਦੀ। ਸਰੀਰ ਭੋਜਨ ਦੀ ਜਿੰਨੀ ਲੋੜ ਹੈ ਉਹ ਪ੍ਰਾਪਤ ਹੋ ਜਾਏ ਤੇ ਫਿਰ ਕਹਿੰਦਾ ਨਹੀਂ ਬਸ ਮਿਟ ਗਈ ਭੁੱਖ। ਪਰ ਮਨ ਨਾ ਰੱਜੇ, ਨੀਅਤ ਨਾ ਰੱਜੇ ਤੇ ਇਹ ਭੁੱਖਾਂ ਚਸਕੇ ਬਣ ਜਾਂਦੀਆਂ ਨੇ, ਜੀਭ ਦੇ ਬੇਥਵੇ ਬੇਸੰਜਮੇ ਰਸਕਸ ਬਣ ਜਾਂਦੀਆਂ ਨੇ। ਤੇ ਮਹਾਰਾਜ ਕਹਿੰਦੇ ਫਿਰ ਇਹ ਦੁਨਿਆਵੀ ਰਸਾਂ ਕਸਾਂ ਦੇ ਅਧੀਨ ਸ਼ੁਕਰਾਨੇ ਤੋਂ ਬਿਨਾਂ ਇਹਨਾਂ ਭੋਜਨਾਂ ਨੂੰ ਪ੍ਰਾਪਤ ਕਰਕੇ ਛਕਣਾ। ਦਾਤਾਰ ਜੀ ਕਹਿੰਦੇ ਜੇਤੇ ਰਸ ਸਰੀਰ ਕੇ ਤੇਤੇ ਲੱਗੈ ਦੁੱਖ। ਇਹ ਫਿਰ ਬੇਸੰਜਮੀਆਂ ਹੋਈਆਂ ਭੁੱਖਾਂ ਤੁਹਾਡੇ ਸਰੀਰ ਨੂੰ ਵੀ ਰੋਗੀ ਕਰਦੀਆਂ। ਜਿਤ ਖਾਧਾ ਤਨ ਪੀੜੀ ਹੈ, ਮਨ ਮੈਂ ਚਲੈ ਵਿਕਾਰ, ਮਨ ਨੂੰ ਵਿਕਾਰੀ ਬਿਰਤੀਆਂ ਵਿੱਚ ਲੈ ਜਾਂਦੀਆਂ ਨੇ। ਬੇਸੰਜਮੇ ਹੋ ਕੇ ਖਾਧਾ ਹੋਇਆ ਭੁੰਜਿਆ ਹੋਇਆ ਭੋਜਨ ਜਿਹੜਾ ਹੈ ਉਹ ਸਰੀਰ ਨੂੰ ਰੋਗੀ ਕਰਦਾ ਹੈ। ਸੰਜਮ ਨਹੀਂ ਹੈ ਨਾ, ਨੀਅਤ ਨਹੀਂ ਰਜੀ, ਤਾਂ ਮਹਾਰਾਜ ਕਹਿੰਦੇ ਇਹ ਨੀਅਤ ਰੱਜ ਜਾਵੇ, ਮਨ ਰੱਜ ਜਾਵੇ, ਸਰੀਰ ਦੀਆਂ ਲੋੜਾਂ ਸੰਜਮ ਵਿੱਚ ਰਹਿਣ, ਬੇਸੰਜਮੀਆਂ ਨਾ ਹੋਣ, ਧਿਆਨਾਪਣ ਅਵੇਸਲਾਪਣ ਨਾ ਆਵੇ। ਇਹਦੇ ਲਈ ਨਾਲ ਗੁਰਮਤਿ ਜੀਵਨ ਜੁਗਤ ਨੂੰ ਆਪਣੇ ਅੰਦਰ ਦ੍ਰਿੜ ਕਰੋ। ਕੀ ਕਰੋ? ਸਾਹਿਬ ਜੀ ਬਚਨ ਕਰਦੇ, ਸਭ ਰਸ ਮਿੱਠੇ ਮੰਨਿਆ ਸੁਣੀਐ ਸਾਲੋਣਾ। ਵਿਸਥਾਰ ਕਰਦੇ ਹੈ, ਕਹਿੰਦੇ ਕਿੰਨੇ ਤਰ੍ਹਾਂ ਦੇ ਰਸ ਨੇ ਭੋਜਨਾਂ ਦੇ ਵਿੱਚ। ਪਹਿਲਾਂ ਤਾਂ ਕਿੰਨੇ ਤਰ੍ਹਾਂ ਦੇ ਪਕਵਾਨ, ਉਹੀ ਅੰਨ ਹੁੰਦਾ ਹੈ, ਉਹੀ ਪਾਣੀ ਹੁੰਦਾ ਹੈ, ਉਹੀ ਮਸਾਲੇ ਹੁੰਦੇ ਨੇ, ਉਹੋ ਹੀ ਸਬਜ਼ੀਆਂ ਦਾਲਾਂ ਹੁੰਦੀਆਂ। ਉਹਨਾਂ ਨੂੰ ਅਸੀਂ ਵੱਖਰੇ ਵੱਖਰੇ ਰੂਪ ਦੇ ਕੇ 36 ਭੋਜਨ, ਇਹ ਇੱਕ ਮੁਹਾਵਰਾ ਹੈ, 36 ਪ੍ਰਕਾਰ ਦੇ ਭੋਜਨ। ਕੋਈ ਜ਼ਰੂਰੀ ਨਹੀਂ ਹੈ ਕਿ 36 ਹੋਣ, ਘੱਟ ਵੀ ਹੋ ਸਕਦੇ ਆ, ਵੱਧ ਵੀ ਹੋ ਸਕਦੇ ਆ। ਉਹਨਾਂ ਹੀ ਪਦਾਰਥਾਂ ਤੋਂ ਅਣਗਿਣਤ ਤਰ੍ਹਾਂ ਦੇ ਪਕਵਾਨ ਬਣਾਈ ਜਾਂਦੇ ਪਏ ਨੇ ਲੋਕ। ਪਰ ਪਾਤਸ਼ਾਹ ਕਹਿੰਦੇ ਜਿੰਨੇ ਵੀ ਤਰ੍ਹਾਂ ਦੇ ਪਕਵਾਨ ਨੇ ਉਹਨਾਂ ਦੇ ਫਿਰ ਵੱਖਰੇ ਵੱਖਰੇ ਤੁਸੀਂ ਸਵਾਦ, ਕੋਈ ਖੱਟਾ ਹੈ, ਕੋਈ ਮਿੱਠਾ ਹੈ, ਕੋਈ ਲੂਣ ਵਾਲਾ, ਕੋਈ ਕਸੈਲ, ਵੱਖਰੇ ਵੱਖਰੇ ਰਸਾਂ ਦੇ। ਤੇ ਜੀਭ ਇਹਨਾਂ ਸਾਰੇ ਰਸਾਂ ਦਾ ਸਵਾਦ ਮਾਣਨ ਦੇ ਸਮਰੱਥ ਹੈ। ਇਹ ਜੀਭ ਦੇ ਰਸਾਂ ਨੂੰ ਹੀ ਤੁਸੀਂ ਆਧਾਰ ਬਣਾ ਕੇ ਇਹ ਵੱਖਰੇ ਵੱਖਰੇ ਤਰੀਕੇ ਦੇ ਪਕਵਾਨ ਬਣਾ ਕੇ ਤ੍ਰਿਪਤ ਹੋਣ ਦੀ ਕੋਸ਼ਿਸ਼ ਕਰਦੇ ਹੋ, ਨਹੀਂ ਮਿਲਦੀ ਤ੍ਰਿਪਤੀ, ਮਨ ਨਹੀਂ ਰੱਜਦਾ। ਦਾਤਾਰ ਜੀ ਕਹਿੰਦੇ ਫਿਰ ਕੀ ਕਰਨਾ?
सब रस मिठे, मिठे पदार्थ चंगे लगते ने, बड़े रसदायक ने, पर जे इहदे नाल नाल वाहिगुरू जी दे नाम नूं सुणदियां, पढ़दियां, गाउंदियां, विचारदियां मनना आ जाए, भाव उहदे नाल मन परच जावे, साडा ध्यान भावें भोजन बनाउण वेले, पकाउण वेले, छकण वेले गुरु दे शब्द वल रहे, वाहिगुरू जी दी प्यार याद वेले रहे, उधर रहे, तो फिर वो साधारण पदार्थ नहीं रहिंदा। मैं कल भी बेनती की सी, गुरु का लंगर बन जाता है, उहदे विच वाहिगुरू जी की किरपा आ जाती है। वो भावें दुनियावी तौर पर थोड़ी चिर की मिठास वाला होवे, पर उहदे विचों जे वाहिगुरू जी दे नाम नाल जुड़िया होया मन सਦੀवी आनंद लैना सीखे, तो महाराज कहते वो मिठास जिहड़ी है ना, वो बड़ी अकथ होंदी है, वो बड़ी हैरान कुन होंदी है। वाहिगुरू जी तेरा शुक्र है, बनाउण लगियां भी घर दी सवाणी, लंगरां विच काम करन वाले सेवादार जे उस तरीके नाल वो भोजन नूं तैयार करन, वो भावें मिठा, उहदी मिठास जिहड़ी है वो थोड़ी चिरी नहीं रहेगी, उहदे विचों मिलण वाला आनंद जिहड़ा है वो थोड़ी चिरा नहीं रहेगा, बल्कि सदीवी मिठास, सदीवी आनंद वाहिगुरू जी दे शुकराने नाल जुड़न करके तुहानूं प्राप्त होवेगी। सब रस मिठे मन्निया तो भाव मन जावे तुहाडा मन वाहिगुरू जी दी प्यार याद विच गुरु दे शब्द नाल जुड़न वास्ते, फिर वो मिठास विसमादी है। सुनिया सालोणे, सालोणे तो भाव सलूना, नमकीन लूण वाले पदार्थ, किसी नूं मिठे चंगे लगते हैं, किसी नूं लूण वाले नमकीन पदार्थ चंगे लगते हैं। पातशाह कहंदे छको, पर ये लूणे पदार्थां विचों मिलण वाली भी जिहड़ी खुशी है, जे उहदे विच वाहिगुरू जी दा प्यार होएगा, प्यार याद होएगी, शुकराना होएगा, तो फिर वो सलूणा भोजन भी जिहड़ा है वो तुहानूं विकारां वाले पासे, रसां कसां वाले पासे, बेसंजमे पासे नहीं जान देगा। वो जिन्ना क लोड़ है शरीर की वो छक के आनंदित होवोगे, शुक्र विच जुड़ जाओगे। ये जिहड़ी सुनिया साह लोना है, सुनन नाल वाहिगुरू जी की सिफत सलाह गुरबाणी, ये सुनन नाल जिहड़ा आनंद मिलना है, जे मन पतीज गया, मन जुड़ गया, जुड़े हुए मन नाल, प्यार भरे मन नाल वाहिगुरू जी की सिफत सलाह जे सुननी आ जाए, तो उस सलूणे भोजनां दा थोड़ चिरा जिहड़ा सुख है वो मन का सदीवी सुख बनने की संभावना बन जाती। खट तुरशी, मुख बोलना, खट्टे पदार्थ, तुरश तिखे पदार्थ, आ मिर्चां इत्यादि तिखियां होने, महाराज उन्हां दा विस्तार करके सानूं समझाउण दी कोशिश कर। किसी नूं मिठे चंगे लगे, किसी नूं लूणे चंगे, किसी नूं खट्टे, किसी नूं तुरश पदार्थ चंगे, पर इन्हां दे नाल महाराज कहंदे खट तुरशी, मुख बोलना, मुख तो वाहिगुरू जी शुक्र तुहाडा, तुसीं ये स्वादले पदार्थ बख्शिश कीते, शुक्र है, शुक्र है। भावें वो पकाउण वेले, भावें वो छकण वेले, ये साडे घरां विच मर्यादा सी, अज भी बहुत सारे घरां दे विच है कि शुक्र विच पकाओ, शब्द पढ़दियां पकाओ, कीर्तन सुनदियां पकाओ, शब्द सुनदियां पकाओ, पाठ करदियां पकाओ, तो छकण वेले भी पहला ये ध्यान देना वाहिगुरू जी तुहाडा शुक्र है। नानक पुसरियां पकाइयां पाइयां थालै माहे, जिनी गुरु मनाया रज रज सेई खाहे। ये पढ़ दे, तृप्ति आ जाए, सदीवी तृप्ति आ जाए। खट तुरशी मुख बोलना, मारण नाद कीए, मारण उन्होंने स्वादला बनाउण वास्ते, भावें वो खट्टे ने, भावें वो मिठे ने, भावें सलूणे ने, उन्होंने असीं मारण भाव मसाले पाउने आ विच, मारण तो अर्थ मसाले, उन्होंने स्वादला बनाउण वास्ते महाराज कहंदे ये मसाले की ने, मारण नाद कीए। नाद कहंदे संगीत नूं। पातशाह कहंदे भावें तुसीं पाठ करो, भावें सुनो, कीर्तन करो, सुनो,
ਨਾਦ ਕੀਏ ਤੋਂ ਭਾਵ ਹੈ ਸੰਗੀਤ 'ਤੇ ਆਧਾਰਿਤ ਵਾਹਿਗੁਰੂ ਜੀ ਦੀ ਸਿਫਤ ਸਲਾਹ, ਜਿਸ ਨੂੰ ਅਸੀਂ ਕੀਰਤਨ ਆਖਦੇ ਹਾਂ, ਜਿਹੜੇ ਅਸੀਂ ਸੁਣ ਕੇ ਹਟੇ ਹਾਂ। ਮਹਾਰਾਜ ਕਹਿੰਦੇ ਕੀਰਤਨ ਕਰਦੇ ਹਾਂ, ਕੀਰਤਨ ਸੁਣਦੇ ਹਾਂ, ਪਾਠ ਕਰਦੇ ਹਾਂ, ਪਾਠ ਸੁਣਦੇ ਹਾਂ। ਜਦੋਂ ਤੁਸੀਂ ਇਹਨਾਂ ਪਦਾਰਥਾਂ ਨੂੰ, ਭਾਵੇਂ ਉਹ ਮਿੱਠੇ ਨੇ, ਸਲੂਣੇ ਨੇ, ਖੱਟੇ ਨੇ, ਤਿੱਖੇ ਨੇ, ਉਹ ਬਣਾ ਕੇ ਛਕਦੇ ਹੋ, ਨਾਲ ਨਾਲ ਇਹ ਤੁਹਾਡੇ ਅੰਦਰ ਸਿਫਤ ਸਲਾਹ ਚੱਲਦੀ ਹੈ, ਤਾਂ ਦਾਤਾਰ ਜੀ ਕਹਿੰਦੇ ਫਿਰ ਇਹਨਾਂ ਵਿੱਚੋਂ ਮਿਲਣ ਵਾਲੀ ਖੁਸ਼ੀ ਸਦੀਵੀ ਤ੍ਰਿਪਤੀ ਵਾਲੇ ਪਾਸੇ ਤੁਹਾਨੂੰ ਲੈ ਜਾਏਗੀ, ਇਹਨਾਂ ਵਿੱਚੋਂ ਖੁਆਰੀ ਨਹੀਂ ਨਿਕਲੇਗੀ। ਹੁਣ ਇਹ ਗੱਲ ਸਮਝਣ ਵਾਲੀ ਹੈ, ਸਮਾਂ ਸੀਮਤ ਹੈ, ਇਹ ਇੱਕ ਇੱਕ ਬੰਦ ਪੂਰਾ ਪੂਰਾ ਵਿਸਥਾਰ ਮੰਗਦਾ ਹੈ। ਕਿੱਥੇ ਕਿੱਥੇ ਸਾਡੇ ਕੋਲੋਂ ਕਮੀਆਂ ਰਹਿ ਜਾਂਦੀਆਂ ਨੇ। ਅਸੀਂ ਭੁੱਖਾਂ ਨੂੰ, ਸਰੀਰ ਦੀਆਂ ਲੋੜਾਂ ਨੂੰ, ਲੋੜਾਂ ਤੱਕ ਨਹੀਂ, ਉਸ ਨੂੰ ਜਦੋਂ ਬੇਸੰਜਮੇ ਚਸਕਿਆਂ ਵਿੱਚ ਲੈ ਜਾਂਦੇ ਹਾਂ, ਰੱਬ ਤੇ ਭੁੱਲ ਜਾਂਦਾ ਹੈ। ਦੁਨੀਆ ਦੇ ਇਹ ਪਦਾਰਥਾਂ ਵੱਲ ਸਾਡਾ ਧਿਆਨ, ਉਹਨਾਂ ਦੇ ਘਰ ਇਹ ਬਣਦਾ ਪਿਆ, ਉਹਨਾਂ ਕੋਲ ਇੰਨੇ ਪਦਾਰਥ, ਉਹਨਾਂ ਨੇ ਵਿਆਹ ਦੇ ਵਿੱਚ ਇੰਨੇ ਪਦਾਰਥ ਬਣਾਏ, ਫਲਾਣੇ ਨੇ ਮੁੰਡਾ ਜੰਮਣ 'ਤੇ ਇਹ ਕੁਛ ਬਣਾਇਆ, ਅਸੀਂ ਉਹਦੇ ਨਾਲੋਂ ਇਹ ਵੱਧ ਕਰਨਾ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਅਸੀਂ ਕੌਣ ਹੁੰਦੇ ਹਾਂ, ਭਾਵੇਂ ਕਰਜ਼ੇ ਚੁੱਕ ਕੇ ਹੀ ਕਰਨਾ। ਬਹੁਤ ਵਿਸਥਾਰ ਹੈ ਇਹਨਾਂ ਗੱਲਾਂ ਦਾ। ਫਿਰ ਮਹਾਰਾਜ ਕਹਿੰਦੇ ਉਹਨਾਂ ਵਿੱਚੋਂ ਖੁਆਰੀਆਂ ਨਿਕਲਦੀਆਂ। ਜਦੋਂ ਤੁਸੀਂ ਦੁਨੀਆ ਵੱਲ ਦੇਖ ਕੇ ਤੇ ਆਪਣੀਆਂ ਅੰਦਰ ਦੀਆਂ ਮਨੋਬਿਰਤੀਆਂ ਨੂੰ ਬੇਸੰਜਮੇ ਕਰਕੇ ਇਹਨਾਂ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਦੌੜ ਭੱਜ ਵਿੱਚ ਪੈਂਦੇ ਹੋ, ਤੇ ਫਿਰ ਇਹਨਾਂ ਨੂੰ ਛਕਣ ਵੇਲੇ ਫਿਰ ਤੁਹਾਨੂੰ ਗੁਰੂ ਚੇਤੇ ਨਹੀਂ ਰਹਿੰਦਾ, ਵਾਹਿਗੁਰੂ ਜੀ ਦਾ ਸ਼ੁਕਰਾਨਾ ਚੇਤੇ ਨਹੀਂ ਰਹਿੰਦਾ, ਤਾਂ ਇਹ ਬੇਸੰਜਮਾ, ਬੇਧਿਆਨਾ ਜੀਵਨ ਜਿਹੜਾ ਹੈ ਨਾ, ਤੁਹਾਨੂੰ ਸਦੀਵੀ ਆਨੰਦ ਦੀ ਪ੍ਰਾਪਤੀ ਵੱਲ ਨਹੀਂ ਲੈ ਕੇ ਜਾਂਦਾ। ਇਹ ਰਸਕਸ ਹੀ ਰਹਿ ਜਾਂਦੇ ਹੈ। ਜੀਭ ਕਦੀ ਵੀ ਰੱਜਦੀ ਨਹੀਂ, ਹੋਰ ਦੀ ਮੰਗ। ਮਹਾਰਾਜ ਕਹਿੰਦੇ ਫਿਰ ਨਿਕਲਦਾ ਦੇ ਇਹਦੇ ਵਿੱਚੋਂ ਵਿਕਾਰੀ ਜੀਵਨ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚਲੈ ਬੇਕਾਰ। ਯਾਦ ਰੱਖੀਏ, ਬੰਦਾ ਭੋਜਨ ਸਾਦਾ ਹੋਵੇ, ਥੋੜਾ ਵੀ ਹੋਵੇ, ਭੁੱਖ ਨਾਲ ਨਹੀਂ ਮਰਦੇ ਬੰਦੇ। ਇੱਥੇ ਜ਼ਿਆਦਾ ਖਾ ਕੇ ਰਸਾਂ ਕਸਾਂ ਵਿੱਚ ਬੇਸੰਜਮੇ ਹੋ ਕੇ ਹੀ ਮਰਦੇ। ਅੱਜ ਜਿੰਨੇ ਹਸਪਤਾਲ ਭਰੇ ਪਏ ਹੈ ਨਾ, ਇਹ ਰੱਜਿਆਂ ਹੋਇਆਂ ਨਾਲ ਹੀ ਭਰੇ ਹੋਏ, ਜਿਨ੍ਹਾਂ ਨੇ ਬੇਸੰਜਮੇ ਹੋ ਕੇ ਭੋਜਨ ਨਾਲ ਸਾਂਝ ਬਣਾਈ। ਝੁੱਗੀਆਂ ਵਿੱਚ ਰਹਿਣ ਵਾਲੇ ਹਸਪਤਾਲਾਂ ਵਿੱਚ ਨਹੀਂ ਲੱਭਣਗੇ ਸਾਨੂੰ, ਭਾਵੇਂ ਉਹਨਾਂ ਨੂੰ ਮੈਨੂੰ ਖਿਮਾ ਕਰ ਦੇਣਾ, ਕਿਉਂਕਿ ਮੈਂ ਆਪਣੇ ਅੱਖੀਂ ਦੇਖਿਆ, ਤੁਸੀਂ ਵੀ ਦੇਖਿਆ ਹੋਣਾ ਹੈ। ਡਸਟਬਿਨਾਂ ਵਿੱਚੋਂ, ਕੂੜੇਦਾਨਾਂ ਵਿੱਚੋਂ ਵੀ ਉਹ ਝੁੱਗੀਆਂ ਵਿੱਚ ਰਹਿਣ ਵਾਲੇ, ਸੜਕਾਂ 'ਤੇ ਰਹਿਣ ਵਾਲੇ, ਆਪਣੀ ਸਰੀਰਕ ਭੁੱਖ ਨੂੰ ਪੂਰੀਆਂ ਕਰਨ ਵਾਸਤੇ ਕੂੜੇਦਾਨਾਂ ਵਿੱਚੋਂ ਵੀ ਪਿਆ ਹੋਇਆ, ਸਾਡਾ ਸੁੱਟਿਆ ਹੋਇਆ ਭੋਜਨ ਖਾ ਕੇ ਸੌਂ ਜਾਂਦੇ ਹੈ। ਪਰ ਉਹਨਾਂ ਨੂੰ ਵਾਹਿਗੁਰੂ ਜੀ ਕਿਰਪਾ ਕਰਦੇ ਹੈ, ਸਰੀਰ ਉਹਨਾਂ ਦੇ ਝੱਲ ਲੈਂਦੇ ਹੈ ਉਹ ਸਾਰੇ ਕੁਛ ਨੂੰ। ਅਸੀਂ ਚਸਕਿਆਂ ਵਿੱਚ ਪਿਆ ਹੋਇਆਂ, ਬੇਸੰਜਮਿਆਂ ਹੋਇਆਂ ਨੂੰ ਰੋਗ ਆ ਗ੍ਰਸਦੇ ਹੈ, ਤਨ ਪੀੜੀ ਹੈ, ਅਤੇ ਮਨ ਮੈਂ ਚਲੈ ਬੇਕਾਰ ਦੀ ਬਿਰਤੀ ਸਾਡੇ ਅੰਦਰ। ਪਾਤਸ਼ਾਹ ਕਹਿੰਦੇ ਇਹ ਤੋਂ ਜੇ ਬਚਣਾ ਚਾਹੁੰਦੇ ਹੋ ਤਾਂ ਮਨ ਦੀ ਅਰੋਗਤਾ ਲਈ ਵਾਹਿਗੁਰੂ ਜੀ ਦੇ ਨਾਮ ਦਾ ਭੋਜਨ ਛਕਣ ਦੀ ਆਪਣੇ ਜੀਵਨ ਵਿੱਚ ਸੁਰਤੀ ਬਿਰਤੀ ਲਿਆਓ। ਰੱਤਾ ਪਹਿਨਣ ਮਨ ਰੱਤਾ, ਸੁਪੇਦੀ ਸਤਦਾਨ। ਹੁਣ ਗੱਲ ਕਰਦੇ ਆ ਮਹਾਰਾਜ ਪਹਿਨਣ ਦੀ। ਅਤੇ ਪਹਿਨਣ ਦੇ ਵਿੱਚ ਅਸੀਂ ਕੱਪੜਾ ਤਨ 'ਤੇ ਪਾਉਂਦੇ ਹਾਂ ਕੱਜਣ ਵਾਸਤੇ, ਨੰਗੇਜ ਢੱਕਣ ਵਾਸਤੇ, ਜਾਂ ਗਰਮੀ ਸਰਦੀ ਤੋਂ ਬਚਣ ਵਾਸਤੇ। ਇਹ ਸਾਡੀ ਸਰੀਰ ਦੀ ਲੋੜ ਹੈ। ਪਰ ਮਹਾਰਾਜ ਕਹਿੰਦੇ ਇਹਦੇ ਨਾਲ ਤੁਸੀਂ ਕਈ ਕੁਛ ਜੋੜ ਲੈਂਦੇ ਹੋ। ਕਿਸੇ ਨੂੰ ਨੀਲਾ ਰੰਗ ਪਸੰਦ ਆਉਂਦਾ ਹੈ ਕੱਪੜਿਆਂ ਦਾ, ਕਿਸੇ ਨੂੰ ਸਫੇਦ ਰੰਗ ਚੰਗਾ ਲੱਗਦਾ, ਕਿਸੇ ਨੂੰ ਲਾਲ ਰੰਗ ਚੰਗਾ ਲੱਗਦਾ, ਕਿਸੇ ਨੂੰ ਕੋਈ ਹੋਰ ਰੰਗ ਚੰਗਾ ਲੱਗਦਾ, ਅਤੇ ਫਿਰ ਉਹ ਆਪਣੀ ਪਸੰਦ ਦੇ ਰੰਗ ਵਾਲੇ ਕੱਪੜੇ ਚੁਣ ਕੇ, ਫਿਰ ਇੱਥੇ ਤਾਂ ਨਹੀਂ ਨਾ ਗੱਲ ਮੁੱਕਦੀ, ਉਹਨਾਂ ਕੱਪੜਿਆਂ ਨੂੰ ਫਿਰ ਵੱਖਰੇ ਵੱਖਰੇ ਅਸੀਂ ਰੂਪ ਦਿੰਦੇ ਹਾਂ। ਮੈਂ ਫਿਰ ਬੇਨਤੀ ਕਰਾਂ, ਸਮਾਂ ਸੀਮਤ ਹੈ, ਵਿਸਥਾਰ ਨਹੀਂ ਕੀਤਾ ਜਾ ਸਕਦਾ। ਸਾਡੇ ਫਿਰ ਇਹ ਕੱਪੜਿਆਂ ਦੇ ਪਹਿਰਾਵੇ ਦੀਆਂ ਵੀ ਜਿਹੜੀਆਂ ਸਾਡੀਆਂ ਬਿਰਤੀਆਂ ਨੇ ਨਾ, ਉਹ ਇੰਨੀਆਂ ਬੇਸੰਜਮੀਆਂ ਹੋ ਜਾਂਦੇ ਨੇ ਕਿ ਜਦੋਂ ਦੁਨੀਆ ਵਿੱਚ ਤੇ ਅਸੀਂ ਭੀੜ ਦੇ ਵਿੱਚ ਵਿਚਰਦੇ ਹਾਂ, ਦਿਖਾਵੇ ਕਰਦੇ ਹਾਂ ਆਪਣਿਆਂ ਕੱਪੜਿਆਂ ਦੇ, ਪਰ ਜਦੋਂ ਅਸੀਂ ਗੁਰੂ ਕੋਲੋਂ, ਗੁਰੂ ਦੁਆਰਾ ਹੋਏ ਸੋਝੀ ਪਾਈ ਸੀ, ਇੱਥੇ ਜਿਹੜਾ ਜੀਵਨ ਨੂੰ ਆਨੰਦ ਦੇਣ ਵਾਲਾ ਗਿਆਨ ਹਾਸਲ ਕਰਨ ਦੀ ਇੱਛਾ ਲੈ ਕੇ ਆਉਂਦੇ ਹਾਂ, ਸਾਨੂੰ ਇੱਥੇ ਵੀ ਆ ਕੇ ਭੁੱਲ ਜਾਂਦਾ ਹੈ ਕਿ ਇੱਥੇ ਦਾਨੇ ਬਣ ਕੇ ਜਾਈਏ, ਇੱਥੇ ਸੱਭਿਅਕ ਬਣ ਕੇ ਜਾਈਏ, ਭੜਕੀਲਾਪਣ ਨਾ ਹੋਵੇ ਸਾਡੇ ਪਹਿਰਾਵੇ ਦੇ ਵਿੱਚ, ਇਹੋ ਜਿਹਾ ਪਹਿਰਾਵਾ ਨਾ ਹੋਵੇ ਜਿਹੜਾ ਚੰਚਲਤਾ ਸਾਡੇ ਅੰਦਰ ਵੀ। ਅਸੀਂ ਇਹੋ ਜਿਹੇ ਜਿਹੜੇ ਭੜਕੀਲੇ ਪਹਿਰਾਵੇ ਜਾਂ ਬੇਢੰਗੇ ਪਹਿਰਾਵੇ, ਅੱਧ ਨੰਗੇ
ਸਰੀਰ ਵਾਲੇ ਪਹਿਰਾਵੇ ਪਾ ਕੇ ਜਦੋਂ ਇੱਥੇ ਉਹ ਕੀ ਬਿਰਤੀ ਹੈ, ਇਹ ਪ੍ਰਮਾਣ ਹੈ ਕਿਸ ਬਿਰਤੀ ਦਾ? ਗੱਲਾਂ ਹੁੰਦੀਆਂ ਨੇ ਕਿ ਅਸੀਂ ਮਾਲਕ ਹਾਂ ਜੀ ਆਪਣੇ ਸਰੀਰ ਦੇ, ਅਸੀਂ ਜਿੱਦਾਂ ਮਰਜ਼ੀ ਕਰੋ ਭਾਈ, ਮੁਬਾਰਕ ਹੈ, ਪਰ ਘੱਟੋ ਘੱਟ ਇਸ ਗੱਲ ਦਾ ਤਾਂ ਖਿਆਲ ਰੱਖੋ ਕਿ ਜਦੋਂ ਇਸ ਤਰ੍ਹਾਂ ਦੇ ਪਹਿਰਾਵਿਆਂ ਦੇ ਵਿੱਚ ਅਸੀਂ ਜਾਂਦੇ ਹਾਂ, ਉਹ ਕਿਸ ਬਿਰਤੀ ਦਾ ਪ੍ਰਮਾਣ ਨੇ? ਕੀ ਦਿਖਾਉਣਾ ਚਾਹੁੰਦੇ ਅਸੀਂ ਇਹਨਾਂ ਪਹਿਰਾਵਿਆਂ ਦੇ ਰਾਹੀਂ? ਘੱਟੋ ਘੱਟ ਗੁਰੂ ਘਰ ਦੇ ਵਿੱਚ ਆ ਕੇ ਤੇ ਇੱਕ ਦਾਨਾਪਣ ਦਿਖਾਈਏ ਨਾ। ਇੱਥੇ ਆ ਕੇ ਤੇ ਅਸੀਂ ਇਸ ਧਿਆਨ ਵਿੱਚ ਆਈਏ। ਪੁਰਾਤਨ ਗੁਰਸਿੱਖ ਕੀ ਕਰਦੇ ਸੀਗੇ? ਜਦੋਂ ਗੁਰੂ ਘਰ ਦੇ ਵਿੱਚ ਆਉਣਾ ਹੈ, ਗੁਰਦੁਆਰੇ ਵੱਲ ਜਾਣਾ ਹੈ, ਤੇ ਘਰੋਂ ਅਰਦਾਸ ਕਰਕੇ ਤੁਰਨਾ ਤੇ ਸ਼ਬਦ ਪੜ੍ਹਦਿਆਂ ਚੱਲਣਾ ਹੈ। ਹੁਣ ਵੀ ਦੇਖਿਆ, ਤੁਹਾਨੂੰ ਵੀ ਪਤਾ, ਤੁਸੀਂ ਵੀ ਜਾਂਦੇ ਹੋ, ਹਰਿਮੰਦਰ ਸਾਹਿਬ ਜਾਂਦੇ ਹੋ, ਤੀਰਥਾਂ ਤੇ ਯਾਤਰਾ ਤੇ ਜਾਂਦੇ ਹੋ, ਗੁਰੂ ਘਰਾਂ ਦੇ ਦਰਸ਼ਨ ਕਰਨ ਜਾਂਦੇ ਹੋ, ਢੋਲਕੀਆਂ ਛੈਣੇ ਨਾਲ ਲੈ ਕੇ ਰਸਤੇ 'ਚ ਵੀ ਸ਼ਬਦ ਪੜ੍ਹਦੇ ਜਾਂਦੇ। ਗੁਰੂ ਕੋਲ ਚੱਲੇ ਆ, ਲੋਕ ਪਰਲੋਕ ਦਾ ਸੁੱਖ ਲੈਣ ਚੱਲੇ ਆ, ਧਿਆਨ ਗੁਰੂ ਵੱਲ ਰਹੇ, ਸ਼ਬਦ ਦੇ ਪਹਿਰੇ ਵਿੱਚ ਚੱਲੀਏ। ਯਾਤਰਾ ਵੀ ਸਾਡੀ ਤੇ ਗੁਰੂ ਘਰ ਦੇ ਵਿੱਚ ਆਉਣਾ ਹੈ। ਇੱਕ ਦਾਨਾਪਣ, ਕੱਪੜਿਆਂ ਦੇ ਵਿੱਚ ਵੀ, ਪਹਿਰਾਵੇ ਵਿੱਚ ਵੀ। ਰੰਗ ਕਿਹੜੇ ਨੇ ਇਹਦੇ ਨਾਲ ਨਹੀਂ ਫਰਕ ਪੈਂਦਾ, ਆਪਣੀ ਪਸੰਦ ਦੇ ਰੰਗ। ਪਰ ਮਹਾਰਾਜ ਕਹਿੰਦੇ ਪਹਿਰਾਵੇ ਦਾ ਪਹਿਨਣ ਢੰਗ, ਉਹਦੀ ਬਣਤਰ, ਉਹਦੇ ਰੰਗ, ਇਸ ਗੱਲ ਦਾ ਖਿਆਲ ਹੋਵੇ ਕਿ ਉਹਦੇ ਵਿੱਚ ਚੰਚਲਤਾ ਨਾ ਹੋਵੇ, ਮਨ ਨੂੰ ਗੁਰੂ ਨਾਲ ਜੋੜਨ ਦੀ ਬਿਰਤੀ ਤੁਹਾਡੇ ਅੰਦਰ ਹੋਵੇ। ਉਹਦੇ ਲਈ ਦਾਤਾਰ ਪਾਤਸ਼ਾਹ ਕਹਿੰਦੇ ਰੱਤਾ ਪਹਿਨਣ, ਰੱਤਾ ਭਾਵ ਲਾਲ ਰੰਗ, ਇਹ ਪਹਿਨਣ ਹੋਵੇ। ਪਰ ਕਿਸ ਤਰ੍ਹਾਂ ਦਾ? ਮਨ ਰੱਤਾ, ਲਾਲ ਰੰਗ ਪਾਓ। ਖੁਸ਼ੀਆਂ ਦਾ, ਸ਼ਗਨਾਂ ਦਾ ਰੰਗ ਮੰਨਦੇ ਹੋ, ਸੁਹਾਗਣਾ ਦਾ ਰੰਗ ਮੰਨਦੇ ਹੋ, ਕੋਈ ਗੱਲ ਨਹੀਂ, ਮੁਬਾਰਕ ਹੈ। ਪਰ ਮਨ ਨੂੰ ਰੱਤਾ, ਰਤਨ, ਇੱਥੇ ਰੱਤਾ ਦਾ ਭਾਵ ਦੂਸਰਾ, ਰੱਗਿਆ ਹੋਇਆ, ਜੁੜਿਆ ਹੋਇਆ, ਲਿਵਲੀਨ ਹੋਇਆ। ਜੇ ਤੁਹਾਡਾ ਮਨ ਗੁਰੂ ਘਰ ਵੱਲ ਆਉਣ ਲੱਗਿਆ, ਇਹ ਪਹਿਰਾਵੇ ਪਾਉਣ ਲੱਗਿਆ, ਰਤਿਆ ਹੋਇਆ ਹੈ, ਗੁਰੂ ਦੇ ਸ਼ਬਦ ਨਾਲ, ਵਾਹਿਗੁਰੂ ਜੀ ਦੇ ਸ਼ੁਕਰਾਨੇ ਭਰੀ ਪਿਆਰ ਯਾਦ ਨਾਲ ਜੁੜਿਆ ਹੈ। ਪੁਰਾਣੇ ਸਮੇਂ ਹੁੰਦਾ ਸੀ, ਸਾਡੇ ਘਰਾਂ 'ਚ ਵੀ ਸਾਡੀਆਂ ਮਾਤਾਵਾਂ ਇਹ ਕਰਦੀਆਂ ਸੀ। ਕੋਈ ਕੱਪੜਾ ਬੁਣਿਆ, ਕੋਈ ਕੱਪੜਾ ਤਿਆਰ ਕੀਤਾ, ਨਵਾਂ ਕੱਪੜਾ ਪਾਉਣ ਲੱਗਿਆ, ਸਾਨੂੰ ਜਦੋਂ ਪਾਉਂਦੇ ਸੀ, ਬੋਲ ਵਾਹਿਗੁਰੂ, ਵਾਹਿਗੁਰੂ ਜੀ ਸ਼ੁਕਰ, ਇਹਨੂੰ ਸੁਹਾਂਡਣਾ ਕਰਿਓ। ਕੱਪੜਾ ਪਾਉਣ ਲੱਗਿਆ ਗੁਰੂ ਨੂੰ ਯਾਦ ਕਰਨਾ, ਤੁਹਾਡਾ ਦਿੱਤਾ ਪਾ ਰਹੇ ਹਾਂ ਪਾਤਸ਼ਾਹ, ਇਹਨੂੰ ਸੁਹਾਂਡਣਾ ਕਰਿਓ, ਕਿਰਪਾ ਕਰਿਓ, ਇਹ ਪਹਿਨ ਕੇ ਤੁਹਾਡਾ ਸ਼ੁਕਰ ਕਰਨਾ ਆ ਜਾਏ। ਮਹਾਰਾਜ ਕਹਿੰਦੇ ਜੇ ਮਨ, ਕੱਪੜੇ ਭਾਵੇਂ ਉਹ ਰੱਤੇ ਨੇ, ਲਾਲ ਨੇ, ਪਾਉਣ ਲੱਗਿਆ, ਤੁਹਾਡਾ ਮਨ ਗੁਰੂ ਨਾਲ, ਗੁਰੂ ਦੀ ਬਾਣੀ ਨਾਲ, ਵਾਹਿਗੁਰੂ ਦੀ ਯਾਦ ਨਾਲ ਜੁੜਿਆ ਤਾਂ ਭਲਾ ਹੈ। ਫਿਰ ਇਹ ਕੱਪੜੇ ਤੁਹਾਨੂੰ ਚੰਚਲਤਾ ਵੱਲ ਨਹੀਂ ਲੈ ਕੇ ਜਾਣਗੇ, ਭੜਕੀਲਾਪਣ ਨਹੀਂ ਪੈਦਾ ਹੋਏਗਾ। ਰੱਤਾ ਪਹਿਨਣ, ਮਨ ਰੱਤਾ, ਲਾਲ ਰੰਗ, ਤੇ ਦੂਜੇ ਪਾਸੇ ਰੱਤਾ ਦਾ ਅਰਥ ਮਨ ਦਾ ਰਤਿਆ ਜਾਣਾ, ਜੁੜ ਜਾਣਾ ਵਾਹਿਗੁਰੂ ਜੀ ਨਾਲ। ਸੁਪੇਦੀ ਸਤਦਾਨ, ਸੁਪੇਦ ਤੋਂ ਭਾਵ ਸਫੇਦ, ਸਫੈਦ ਰੰਗ ਦੇ ਕੱਪੜੇ ਤੁਹਾਨੂੰ ਚੰਗੇ ਲੱਗਦੇ, ਪਾਓ। ਪਰ ਇਹਦੇ ਨਾਲ ਨਾਲ ਮਹਾਰਾਜ ਕਹਿੰਦੇ ਸਤ ਨਾਲ ਜੁੜਨਾ, ਆਪ ਵਾਹਿਗੁਰੂ ਜੀ ਦੇ ਸ਼ੁਕਰਾਨੇ ਨਾਲ ਜੁੜਨਾ, ਤੇ ਫਿਰ ਜੋ ਮਿਲਿਆ ਇਹਨੂੰ ਵੰਡ ਕੇ ਛਕਣਾ। ਕਿੰਨੇ ਨੇ ਗਿਣਤੀ ਦੇ ਵਿੱਚ, ਕਿਹੜੇ ਕਿਹੜੇ ਰੰਗਾਂ ਦੇ, ਇੱਥੇ ਨਹੀਂ। ਮਹਾਰਾਜ ਕਹਿੰਦੇ ਜੋ ਮਿਲਿਆ, ਇਹ ਕਿਸੇ ਦਾ ਨੰਗੇਜ ਢੱਕਣ ਵਾਸਤੇ ਕਿਸੇ ਨੂੰ ਕੱਪੜਾ ਤੁਸੀਂ ਬਣਾ ਕੇ ਦੇਤਾ, ਵੰਡ ਕੇ ਛਕੋ। ਲੋੜਵੰਦਾਂ ਦੇ ਲਈ ਇਹਦੇ ਵਿੱਚੋਂ ਦਿਓ ਤੇ ਨਾਲ ਸ਼ੁਕਰ ਕਰੋ। ਫਿਰ ਤੁਹਾਨੂੰ ਇਹ ਸਫੈਦ ਰੰਗ ਦੇ ਕੱਪੜੇ, ਭਾਵੇਂ ਲਾਲ ਰੰਗ ਦੇ ਕੱਪੜੇ, ਜਦੋਂ ਇਹ ਵੰਡ ਕੇ ਛਕਣ ਦੀ ਬਿਰਤੀ ਹੋਏਗੀ, ਆਨੰਦ ਦੇਣਗੇ, ਸੁੱਖ ਦੇਣਗੇ। ਨੀਲੀ ਸਿਆਹੀ ਕਦਾ ਕਰਨੀ, ਪਹਿਰਨ ਪੈਰ ਧਿਆਨ। ਨੀਲੇ ਰੰਗ ਦੇ ਕੱਪੜੇ, ਨੀਲੇ ਰੰਗ ਦੀ ਪਸੰਦ ਹੈ ਜਿਹਨੂੰ ਵੀ, ਮਹਾਰਾਜ ਕਹਿੰਦੇ ਮੁਬਾਰਕ ਹੈ, ਪਾਓ ਨੀਲੇ ਰੰਗ ਦੇ ਕੱਪੜੇ ਜੇ ਤੁਹਾਨੂੰ ਚੰਗੇ ਲੱਗਦੇ ਹੈ। ਪਰ ਇਹਦੇ ਨਾਲ ਨਾਲ ਇੱਕ ਬਿਰਤੀ ਇਹ ਲਿਆਓ, ਸਿਆਹੀ ਕਦਾ ਕਰਨੀ। ਸਿਆਹੀ ਤੋਂ ਭਾਵ ਕਾਲਖ, ਮੈਲ। ਕਦਾ ਦਾ ਮਤਲਬ ਹੁੰਦਾ ਹੈ ਕੱਟਣਾ, ਕਰਨੀ। ਕਿਸ ਤਰ੍ਹਾਂ ਦੀ ਤੁਹਾਡੀ ਕਰਨੀ ਹੈ, ਤੁਹਾਡੇ ਵਿਚਾਰ ਕਿਸ ਤਰ੍ਹਾਂ ਦੇ ਨੇ, ਤੁਹਾਡੀ ਬੋਲ ਬਾਣੀ ਕਿਸ ਤਰ੍ਹਾਂ ਦੀ ਹੈ, ਤੁਹਾਡੇ ਕਰਮ ਕਿਸ ਤਰ੍ਹਾਂ ਦੇ ਨੇ। ਮਨ ਦੀ ਬਿਰਤੀ ਮੈਲੀ ਹੈ ਕਿ ਵਾਹਿਗੁਰੂ ਜੀ ਨਾਲ ਜੁੜਨ ਵਾਲੀ, ਚੰਗਿਆਈਆਂ ਦੇ ਧਾਰਨੀ बढ़न वाली बिरती है। तुसी दुनिया विच विचरदे हो, तुहाडा वरतों विहार किवें है, तुहाडे कर्म किस तरह दे ने, इहदी पड़चोल करी जानी
ਤੇ ਜਿਹੜੀ ਮੈਲ ਕਿਤੇ ਮਾੜੇ ਵਿਕਾਰਾਂ ਦੇ ਕਰਕੇ, ਵਿਚਾਰਾਂ ਦੇ ਕਰਕੇ, ਕਰਮਾਂ ਦੇ ਕਰਕੇ ਮਨ ਨੂੰ ਲੱਗ ਰਹੀ ਹੈ, ਭਾਵੇਂ ਉਹ ਕਾਮ ਕਰਕੇ ਹੈ, ਕ੍ਰੋਧ ਲੋਭ ਮੋਹ ਹੰਕਾਰ ਕਰਕੇ ਹੈ, ਈਰਖਾ ਦਵੈਸ਼ ਕਰਕੇ ਹੈ, ਤ੍ਰਿਸ਼ਨਾ ਕਰਕੇ ਹੈ, ਰੋਜ਼ ਰੋਜ਼ ਮਨ ਨੂੰ ਮੈਲਾ ਕਰਕੇ ਭਟਕਾਉਂਦੀਆਂ, ਬੇਚੈਨ ਕਰਦੀਆਂ ਨੇ ਬਿਰਤੀਆਂ। ਮਹਾਰਾਜ ਕਹਿੰਦੇ ਇਹਦੀ ਵੀ ਪੜਚੋਲ ਕਰਨੀ ਸਿੱਖੋ। ਗੁਰੂ ਦੇ ਸ਼ਬਦ ਰਾਹੀਂ ਆਤਮ ਚਿੰਤਨ ਕਰਨਾ ਤੇ ਇਹ ਮਨ ਦੇ ਅੰਦਰ ਪੈਦਾ ਹੋਏ ਮਾੜੇ ਫੁਰਨਿਆਂ ਦੀ ਮੈਲ ਨੂੰ ਦੂਰ ਕਰਨ ਲਈ ਸੁਚੇਤ ਹੋ ਕੇ ਜਿਉਣਾ, ਜਾਗਰਤ ਹੋ ਕੇ ਜਿਉਣਾ। ਮਹਾਰਾਜ ਕਹਿੰਦੇ ਇਹ ਨੀਲਾ ਰੰਗ ਹੈ, ਮੇਰੇ ਲਈ ਤੇ ਨੀਲਾ ਰੰਗ ਹੈ। ਭਾਵ ਇਸ ਰੰਗ ਨੂੰ ਪਾ ਕੇ ਮਨ ਚੰਚਲ ਨਹੀਂ ਹੋਏਗਾ, ਮਨ ਮੈਲਾ ਨਹੀਂ ਹੋਏਗਾ। ਮੇਰੇ ਲਈ ਤੇ ਭਾਈ ਨੀਲਾ ਰੰਗ ਇਹੋ ਹੀ। ਤੁਸੀਂ ਵੀ ਮਹਾਰਾਜ ਕਹਿੰਦੇ ਭਾਵੇਂ ਨੀਲਾ ਪਾ ਰਹੇ ਹੋ, ਲਾਲ ਪਾ ਰਹੇ ਹੋ, ਸਫੈਦ ਪਾ ਰਹੇ ਹੋ, ਰੰਗ ਆਪਣੀ ਜਗ੍ਹਾ 'ਤੇ ਤੁਹਾਡੀ ਪਸੰਦ ਦੇ ਮਹੱਤਵ ਰੱਖਦੇ ਹੋਣਗੇ, ਪਰ ਇਹਨਾਂ ਦੇ ਨਾਲ ਨਾਲ ਆਤਮ ਪੜਚੋਲ ਕਰਨੀ, ਸ਼ੁਕਰਾਨੇ ਵਿੱਚ ਰਹਿਣਾ, ਆਪਣੇ ਅੰਦਰ ਦੀ ਵਿਕਾਰਾਂ ਦੀ ਮੈਲ ਨੂੰ ਦੂਰ ਕਰਨ ਲਈ ਸੁਚੇਤ ਹੁੰਦੇ ਰਹਿਣਾ। ਪਹਿਰਨ, ਪੈਰ ਧਿਆਨ, ਪਹਿਰਾਵਾ, ਉਹ ਤੁਸੀਂ ਭਾਵੇਂ ਇਸਤਰੀਆਂ ਵਾਲੇ ਪਹਿਰਾਵੇ, ਉਹਨਾਂ ਦੇ ਡਿਜ਼ਾਈਨ ਬਣਾਏ, ਉਹਨਾਂ ਦੀ ਬਣਤਰ ਬਣਾਈ, ਕਿਸੇ ਨੇ ਸਾੜੀ ਪਾਈ, ਕਿਸੇ ਨੇ ਸਲਵਾਰ, ਕਿਸੇ ਨੇ ਹੋਰ ਕੁਛ ਪਾਇਆ, ਬੰਦਿਆਂ ਨੇ ਕਿਸੇ ਨੇ ਕੋਟ ਪੈਂਟ ਪਾਇਆ, ਕਿਸੇ ਨੇ ਕੁੜਤਾ ਪਜਾਮਾ ਪਾਇਆ, ਵੱਖਰੇ ਚੋਲਾ ਪਾਇਆ, ਕੁਛ ਵੀ ਹੈ। ਮਹਾਰਾਜ ਕਹਿੰਦੇ ਇਹ ਪਹਿਰਾਵਾ ਦੁਨੀਆ ਨੂੰ ਦਿਖਾ ਕੇ ਤੁਸੀਂ ਆਪਣੇ ਆਪ ਨੂੰ ਬਣ ਕੇ ਦੱਸੋ ਕਿ ਮੈਂ ਤੇ ਬੜਾ ਧਾਰਮਿਕ ਹਾਂ, ਮੈਂ ਬਾਦਸ਼ਾਹ ਹੁੰਨਾ, ਮੈਂ ਇੰਨਾ ਸੂਟਡ ਬੂਟਡ ਅਮੀਰ ਹੁੰਨਾ, ਮੈਂ ਫਲਾਣਾ ਫਲਾਣਾ ਫਲਾਣਾ। ਇਹ ਮਹਾਰਾਜ ਕਹਿੰਦੇ ਦਿਖਾਵੇ ਵਾਲਾ ਪਹਿਰਾਵਾ ਜਿਹੜਾ ਨਾ, ਇਹਦੀ ਜਗ੍ਹਾ 'ਤੇ ਜੇ ਤੁਹਾਡੇ ਅੰਦਰ ਪਹਿਰਨ, ਪੈਰ ਧਿਆਨ, ਵਾਹਿਗੁਰੂ ਜੀ ਦੇ ਪੈਰਾਂ ਦਾ, ਗੁਰੂ ਦੇ ਪੈਰਾਂ ਦਾ ਭਾਵ ਵਾਹਿਗੁਰੂ ਜੀ ਦੇ ਚਰਨ ਕਮਲਾਂ ਦਾ ਧਿਆਨ, ਗੁਰੂ ਦੇ ਚਰਨ ਕਮਲਾਂ ਦਾ ਧਿਆਨ ਭਾਵ ਨਿਮਰਤਾ ਦੇ ਵਿੱਚ, ਅਦਬ ਦੇ ਵਿੱਚ ਗੁਰੂ ਨੂੰ ਚੇਤੇ ਕਰਦੇ ਰਹਿਣਾ, ਵਾਹਿਗੁਰੂ ਜੀ ਨੂੰ ਚੇਤੇ ਕਰਦੇ ਰਹਿਣਾ। ਮਹਾਰਾਜ ਕਹਿੰਦੇ ਜੇ ਇਹ ਬਿਰਤੀ ਬਣੀ ਰਹੇਗੀ ਨਾ, ਇਹ ਮਨ ਨੂੰ, ਸੁਰਤੀ ਨੂੰ ਇਹ ਪਹਿਰਾਵਾ ਪਾਉਂਦੇ ਰਹੋਗੇ, ਫਿਰ ਦੁਨੀਆ ਦੇ ਪਹਿਰਾਵੇ ਤੁਹਾਨੂੰ ਚੰਚਲਤਾ ਵਾਲੇ ਪਾਸੇ ਨਹੀਂ ਲੈ ਕੇ ਜਾਣਗੇ। ਭਾਵੇਂ ਰੰਗ ਕਿਸੇ ਵੀ ਤਰੀਕੇ ਦਾ ਪਾਇਆ, ਫਿਰ ਉਹਨਾਂ ਰੰਗਾਂ ਦੇ ਕੱਪੜਿਆਂ ਨੂੰ ਜਦੋਂ ਤੁਸੀਂ ਪਹਿਰਾਵਾ ਬਣਾਓਗੇ, ਉਸ ਪਹਿਰਾਵੇ ਦੇ ਵਿੱਚ ਵੀ ਭਟਕਾਊ ਬਿਰਤੀਆਂ, ਚੰਚਲ ਬਿਰਤੀਆਂ ਨਹੀਂ ਆਉਣਗੀਆਂ। ਕਹਿਣਾ ਨਹੀਂ ਪਏਗਾ ਭਾਈ ਸਾਹਿਬ ਨੂੰ ਕਿ ਗੁਰਦੁਆਰੇ ਵਿੱਚ ਭਾਈ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਨਾ ਆਇਆ ਕਰੋ, ਐਦਾਂ ਦੇ ਕੱਪੜੇ ਪਾ ਕੇ, ਕਹਿਣਾ ਨਹੀਂ ਪਏਗਾ। ਆਪਣੇ ਅੰਦਰੋਂ ਹੀ ਤੁਹਾਡਾ ਮਨ ਜਿਹੜਾ ਹੈ ਇਸ ਚੰਚਲਤਾ ਵਾਲੇ ਪਹਿਰਾਵੇ ਤੋਂ ਸੰਕੋਚ ਕਰੇਗਾ, ਉਹਦੇ ਵਿੱਚ ਇੱਕ ਦਾਨਾਪਣ ਆਏਗਾ। ਕਿਉਂਕਿ ਬਿਰਤੀ ਇਹ ਹੈ ਨਾ, ਗੁਰੂ ਕੋਲ ਆਉਣ ਦੀ ਇਹ ਪਿਕਨਿਕ ਸਪਾਟ ਥੋੜ੍ਹਾ ਨੇ, ਇਹ ਕੋਈ ਸੈਰਗਾਹਾਂ ਥੋੜ੍ਹਾ ਨੇ। ਉਹ ਦੁਨੀਆ ਦੇ ਹੋਰ ਬਥੇਰੇ ਅਸਥਾਨ ਨੇ, ਜਗ੍ਹਾ ਨੇ, ਜਿੱਥੇ ਤੁਸੀਂ ਜਾ ਕੇ ਉਹਨੂੰ ਸੈਰਗਾਹ ਦੇ ਰੂਪ ਵਿੱਚ ਪਿਕਨਿਕਾਂ ਮਨਾਉਣ ਵਾਸਤੇ, ਰੰਗ ਤਮਾਸ਼ੇ ਮਨਾਉਣ ਵਾਸਤੇ ਜਾਓ। ਪਰ ਜਿਹੜਾ ਗੁਰੂ ਦੁਆਰਾ ਹੋਏ ਸੋਝੀ ਪਾਈ ਸੀ, ਇੱਥੇ ਤੇ ਉਸ ਲੋਕ ਪਰਲੋਕ ਦਾ ਆਨੰਦ ਪ੍ਰਾਪਤ ਕਰਨ ਦੀ ਬਿਰਤੀ ਨਾਲ ਆਇਓ। ਅਤੇ ਇਹਦੇ ਵਿੱਚ ਦੁਨੀਆ ਨਾਲੋਂ ਵੱਖਰੇ ਕਿਸਮ ਦਾ ਤੁਹਾਡਾ ਪਹਿਰਾਵਾ, ਦੁਨੀਆ ਨਾਲੋਂ ਵੱਖਰੀ ਕਿਸਮ ਦਾ ਆਉਣਾ, ਦੁਨੀਆ ਨਾਲ ਵੱਖਰੇ ਕਿਸਮ ਦਾ ਬੋਲਣਾ ਬੈਠਣਾ। ਇੱਥੇ ਆ ਕੇ ਤੇ ਇਹ ਸਿੱਖਣਾ ਹੈ ਕਿ ਮੈਂ ਬੋਲਣਾ ਕਿਵੇਂ ਹੈ, ਕਿਉਂਕਿ ਮੇਰੇ ਗੁਰੂ ਨੇ ਕਹਿਣਾ ਹੈ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਨਾ ਭਾਈ। ਇਹ ਫਿੱਕਾ ਬੋਲਣਾ ਮੂਰਖਾਂ ਦਾ ਕੰਮ ਹੈ। ਅਤੇ ਮੈਂ ਸਾਰਾ ਦਿਨ ਇਸ ਬਿਰਤੀ ਵਿੱਚ ਹੀ ਨਾ, ਇੱਥੇ ਬੈਠ ਕੇ ਮੈਂ ਗੁਰੂ ਕੋਲੋਂ ਇਹ ਸਿੱਖਣਾ ਹੈ। ਗੁਰੂ ਦੁਆਰਾ ਹੋਏ ਸੋਝੀ ਪਾਈ ਸੀ, ਇਸ ਕਰਕੇ ਧਿਆਨ ਇੱਥੇ ਹੋਵੇ, ਮਨ ਨੂੰ ਇਹ ਪਹਿਰਾਵਾ, ਸੁਰਤੀ ਨੂੰ ਇਹ ਪਹਿਰਾਵਾ ਪਵਾਉਣਾ। ਪੈਰ ਧਿਆਨ, ਗੁਰੂ ਦੇ ਚਰਨ ਕਮਲਾਂ ਦਾ, ਵਾਹਿਗੁਰੂ ਜੀ ਦੇ ਚਰਨ ਕਮਲਾਂ ਦੇ ਨਾਲ ਧਿਆਨ ਜੁੜਿਆ ਰਹੇ। ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ। ਕਮਰ ਬੰਦ ਕਹਿੰਦੇ ਨੇ ਇਹ ਨਵਾਬੀ ਪਹਿਰਾਵੇ, ਬਾਦਸ਼ਾਹੀ ਪਹਿਰਾਵੇ, ਅਮੀਰੀ ਦੇ ਪਹਿਰਾਵੇ ਹੁੰਦੇ ਸੀ। ਕਮਰ ਬੰਦ, ਲੱਕ ਨੂੰ ਬੰਨ੍ਹਣ ਵਾਲਾ, ਜਿਹਨੂੰ ਅੱਜ ਅਸੀਂ ਕਮਰ ਕੱਸਾ ਕਹਿੰਦੇ ਹਾਂ, ਲੱਕ ਨੂੰ ਬੰਨ੍ਹਣ ਵਾਲਾ ਕੱਪੜਾ ਜਿਹੜਾ ਹੈ, ਅੱਜ ਨਿਹੰਗ ਸਿੰਘ ਵੀ ਬੰਨ੍ਹਦੇ ਆ ਹੋਰ, ਇਹ ਅਮੀਰੀ ਦਾ ਪਹਿਰਾਵਾ ਸੀ, ਨਵਾਬਾਂ ਦਾ, ਬਾਦਸ਼ਾਹਾਂ ਦਾ ਪਹਿਰਾਵਾ ਸੀ। ਅਤੇ ਉਹ ਕਮਰ ਬੰਦ ਦੇ ਉੱਤੇ ਅਮੀਰੀ ਪ੍ਰਗਟਾਉਣ ਲਈ ਸੋਨੇ ਦੇ, ਤਿੱਲੇ ਦੇ, ਹੋਰ ਵੱਖਰੇ ਵੱਖਰੇ ਜਣਾਊ ਇਹ ਕੱਪੜੇ ਬਣਾਏ ਜਾਂਦੇ ਸੀ ਲੱਕ ਨਾਲ ਬੰਨ੍ਹਣ ਵਾਸਤੇ। ਕਮਰ ਬੰਦ ਦਾ ਮਤਲਬ ਕਮਰ ਨਾਲ ਬੰਨ੍ਹਿਆ ਜਾਣ ਵਾਲਾ ਉਹ ਕੱਪੜਾ, ਕਮਰ ਕੱਸਾ। ਮਹਾਰਾਜ ਕਹਿੰਦੇ ਜੇ ਤੁਹਾਡੇ ਅੰਦਰ ਕਿਰਤ ਕਰਦੇ ਹਾਂ, ਪ੍ਰਾਪਤੀਆਂ ਕਰਦੇ ਹਾਂ ਦੁਨੀਆ ਦੇ ਸੁੱਖਾਂ ਦੀਆਂ, ਤੇਰੇ ਸੰਤੋਖ ਆ ਜਾਏ ਨਾ ਕਿ ਬਸ ਠੀਕ ਹੈ, ਮੈਂ ਖਾਣ ਵਾਸਤੇ ਨਹੀਂ ਜਿਉਣਾ, ਪਹਿਨਣ ਵਾਸਤੇ ਹੀ ਨਹੀਂ ਜਿਉਣਾ,
ਦੁਨੀਆ ਦੇ ਸੁੱਖ ਸਾਧਨ ਮਾਣਨ ਵਾਸਤੇ ਨਹੀਂ ਜਿਉਣਾ, ਜਿਉਣ ਵਾਸਤੇ ਖਾਣਾ ਹੈ, ਜਿਉਣ ਵਾਸਤੇ ਪਹਿਨਣਾ ਹੈ। ਇਹ ਸਰੀਰ ਨੂੰ ਗਰਮੀ ਸਰਦੀ ਤੋਂ ਬਚਾਉਣ ਲਈ ਘਰ ਚਾਹੀਦਾ ਹੈ ਮੈਨੂੰ। ਇਹ ਮਹਿਲ ਮਾੜੀਆਂ ਦੀ ਪ੍ਰਾਪਤੀ ਵਾਸਤੇ ਹੀ ਨਹੀਂ ਜਿਉਣਾ, ਜਿਉਣ ਵਾਸਤੇ ਮੈਨੂੰ ਆਸਰਾ ਚਾਹੀਦਾ ਹੈ, ਕੋਈ ਮਕਾਨ ਚਾਹੀਦਾ ਹੈ। ਇਹ ਬਿਰਤੀ ਲੈ ਕੇ ਜਦੋਂ ਜਿਉਂਗੇ ਭਟਕਣਾ ਨਹੀਂ ਆਏਗੀ, ਤ੍ਰਿਸ਼ਨਾ ਨਹੀਂ ਬਣੇਗੀ ਤੁਹਾਡੀ ਲੋੜ, ਉਹਦੇ ਵਿੱਚ ਸੰਤੋਖ ਆਏਗਾ ਅਤੇ ਸੰਤੋਖ ਵਿੱਚ ਹੀ ਸ਼ੁਕਰਾਨਾ ਹੁੰਦਾ ਹੈ। ਮਹਾਰਾਜ ਕਹਿੰਦੇ ਸੰਤੋਖੀ ਬਿਰਤੀ ਆ ਜਾਏ ਕਿਤੇ, ਧਨ ਜੋਬਨ ਤੇਰਾ ਨਾਮ। ਵਾਹਿਗੁਰੂ ਜੀ, ਬੰਦੇ ਨੂੰ ਧਨ ਦੀ ਬੜੀ ਮਸਤੀ ਲੱਗਦੀ ਹੈ, ਮੇਰੇ ਕੋਲ ਇੰਨਾ ਧਨ ਦੁਨੀਆ ਨੂੰ ਦੱਸਦਾ ਫਿਰਦਾ, ਬੜਾ ਰਸ ਆਉਂਦਾ ਹੈ, ਆਪਣੀ ਹਉਮੈ ਨੂੰ ਹੰਕਾਰ ਨੂੰ ਠੁੰਮਣਾ ਮਿਲਦਾ ਹੈ। ਅਤੇ ਜਦੋਂ ਬੰਦਾ ਜਵਾਨੀ ਵਿੱਚ ਹੁੰਦਾ ਹੈ, ਭਾਵੇਂ ਉਹ ਇਸਤਰੀ ਰੂਪ ਵਿੱਚ ਹੋਵੇ ਪੁਰਸ਼ ਰੂਪ ਵਿੱਚ ਹੋਵੇ, ਬੰਦੇ ਨੂੰ ਜਵਾਨੀ ਬੜੀ ਰਸੀਲੀ ਲੱਗਦੀ ਹੈ, ਬੇਪਰਵਾਹੀ ਵਾਲੀ ਲੱਗਦੀ ਹੈ। ਬੰਦਾ ਬੇਸੰਜਮਾ ਹੁੰਦਾ, ਬੇਧਿਆਨਾ ਅਵੇਸਲਾ ਹੋ ਜਾਂਦਾ। ਪਾਤਸ਼ਾਹ ਕਹਿੰਦੇ ਇਸ ਧਨ ਜੋਬਨ ਦੀ ਬੇਸੰਜਮੀ ਮਸਤੀ ਦੀ ਬਜਾਏ ਵਾਹਿਗੁਰੂ ਜੀ ਕਿਤੇ ਤੁਹਾਡੇ ਨਾਮ ਦੀ ਮਸਤੀ ਆ ਜਾਏ, ਤੁਹਾਡੇ ਨਾਮ ਦਾ ਰਸ, ਉਹਦੀ ਬੇਪਰਵਾਹੀ ਆ ਜਾਏ, ਤਾਂ ਫਿਰ ਇਹ ਧਨ ਜੋਬਨ ਵਿੱਚੋਂ ਨਿਕਲਣ ਵਾਲੀ ਥੋੜ੍ਹੀ ਚਿਰੀ ਜਿਹੜੀ ਖੁਸ਼ੀ ਹੈ ਨਾ, ਉਹ ਨਹੀਂ, ਸਦੀਵੀ ਖੁਸ਼ੀ ਦੀ ਪ੍ਰਾਪਤੀ ਦੀ ਸੰਭਾਵਨਾ ਬਣ ਜਾਂਦੀ। ਬਾਬਾ ਇਸ ਕਰਕੇ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀਐ ਮਨ ਮੈਂ ਚਲੈ ਬੇਕਾਰ। ਭਾਈ ਵਾਹਿਗੁਰੂ ਜੀ ਦੇ ਨਾਮ ਨੂੰ ਸੁਣਨ, ਉਹਦੇ ਕੀਰਤਨ ਨਾਲ ਜੁੜਨ ਤੋਂ ਬਿਨਾਂ, ਉਹਦੇ ਚਰਨ ਕਮਲਾਂ ਦਾ ਧਿਆਨ ਧਰਨ ਤੋਂ ਬਿਨਾਂ, ਸੰਤੋਖੀ ਬਿਰਤੀ ਤੋਂ ਬਿਨਾਂ ਜੇ ਤੁਸੀਂ ਇਹ ਪਹਿਰਾਵਿਆਂ ਦੇ ਚੱਕਰ ਵਿੱਚ ਪੈ ਕੇ ਇੱਥੇ ਹੀ ਖਚਿਤ ਹੋ ਜਾਓਗੇ, ਫਿਰ ਇਹਦੇ ਵਿੱਚੋਂ ਮਿਲਣ ਵਾਲੀਆਂ ਥੋੜ੍ਹੀ ਚਿਰੀਆਂ ਖੁਸ਼ੀਆਂ ਕਿਸੇ ਵੇਲੇ ਖੁਆਰੀ ਦਾ ਤੁਹਾਡੇ ਲਈ ਕਾਰਨ ਨਿਸ਼ਚੈ ਬਣ ਜਾਣਗੀਆਂ। ਅੱਗੇ ਬਚਨ ਕਰਦੇ ਨੇ ਸਵਾਰੀਆਂ ਦੇ, ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਵਾਟ। ਸਵਾਰੀਆਂ ਉਸ ਵੇਲੇ ਨਵਾਬੀ ਬਾਦਸ਼ਾਹੀ ਅਮੀਰੀ ਦੀ ਨਿਸ਼ਾਨੀ ਸੀ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਣਾ ਤਾਂ ਚੰਗੇ ਤੋਂ ਚੰਗਾ ਘੋੜਾ, ਰੱਥ, ਹਾਥੀ ਇਤਿਆਦਿ ਸਵਾਰੀ। ਅੱਜ ਕੱਲ੍ਹ ਕਾਰਾਂ ਮੋਟਰਾਂ ਨੇ, ਹਵਾਈ ਜਹਾਜ਼ ਨੇ, ਹੋਰ ਸਵਾਰੀਆਂ ਦੇ ਸਾਧਨ ਨੇ। ਮਹਾਰਾਜ ਕਹਿੰਦੇ ਇਹ ਸਾਰਾ ਕੁਛ ਹੋਵੇ ਮੁਬਾਰਕ, ਪਰ ਘੋੜੇ ਪਾਖਰ, ਪਾਖਰ ਕਹਿੰਦੇ ਨੇ ਕਾਠੀਆਂ, ਸਵਾਰੀ ਕਰਨ ਲੱਗੇ ਘੋੜੇ ਦੇ ਉੱਤੇ ਪਾਉਂਦੇ। ਘੋੜੇ ਪਾਖਰ ਸੋਇਨੇ ਸਾਖਤ, ਸੋਨੇ ਦੇ ਜੜਾਊ ਉਹ ਕਾਠੀਆਂ ਹੋਣ, ਸਾਖਤ ਜੀਨਾ ਦੁਮਚੀ, ਉਹ ਘੋੜੇ ਦੇ ਉੱਤੇ ਪਾਉਣ ਵਾਲੀਆਂ, ਹਾਥੀਆਂ ਦੇ ਉੱਤੇ ਪਾਉਣ ਵਾਲਾ ਸਮਾਨ ਸਵਾਰੀ ਵੇਲੇ ਉਹਦਾ ਜ਼ਿਕਰ ਕਰਦੇ। ਮਹਾਰਾਜ ਕਹਿੰਦੇ ਉਹਨਾਂ ਨੂੰ ਤਿਆਰ ਕਰਕੇ ਸਵਾਰੀਆਂ ਦੇ ਸਾਧਨਾਂ ਨੂੰ, ਘੋੜੇ ਹਾਥੀਆਂ ਨੂੰ, ਆਪਣੀ ਨਵਾਬੀ, ਆਪਣੀ ਬਾਦਸ਼ਾਹੀ, ਆਪਣੀ ਅਮੀਰੀ ਦਾ ਪ੍ਰਗਟਾਵਾ ਕਰਕੇ ਜਾਣ ਵਾਲੇ, ਇੱਕ ਜਗ੍ਹਾ ਤੋਂ ਦੂਜੇ ਜਾਣ ਵਾਲੇ, ਦੁਨੀਆ ਦੇਖਣ ਮੈਂ ਜਿਸ ਸਵਾਰੀ 'ਤੇ ਹਾਂ ਇਹ ਸਵਾਰੀ ਕਿੰਨੀ ਕੀਮਤੀ ਹੈ, ਦੁਨੀਆ ਦੇਖੇ ਮੈਂ ਕਿੰਨਾ ਅਮੀਰ, ਕਿੰਨਾ ਵੱਡਾ ਬਾਦਸ਼ਾਹ। ਬਾਦਸ਼ਾਹ ਕਹਿੰਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਣਾ ਹੈ ਨਾ, ਜਾਣ ਦੀ ਲੋੜ ਹੈ ਨਾ, ਉੱਥੇ ਜਾ ਕੇ ਕਿਸੇ ਨੂੰ ਮਿਲਣਾ, ਕੋਈ ਕੰਮ ਕਾਜ ਹੈ। ਅਤੇ ਬਾਦਸ਼ਾਹ ਕਹਿੰਦੇ ਇੱਥੇ ਆਏ ਹੋ, ਜ਼ਿੰਦਗੀ ਇੱਕ ਮਾਰਗ ਹੈ, ਜ਼ਿੰਦਗੀ ਇੱਕ ਯਾਤਰਾ ਹੈ, ਅਤੇ ਜੇ ਇਸ ਯਾਤਰਾ ਨੂੰ ਤੈਅ ਕਰਨ ਵਾਸਤੇ ਤੁਹਾਨੂੰ ਆਪਣੇ ਮਨ ਦੀ ਸੁਰਤੀ ਦੀ ਯਾਤਰਾ ਇਸ ਪੱਖੋਂ ਕਰਨੀ ਆ ਜਾਏ ਕਿ ਮੇਰੇ ਜੀਵਨ ਦਾ ਮਕਸਦ ਕੀ ਹੈ, ਉਸ ਮਕਸਦ ਦੀ ਪੂਰਤੀ ਕਿਵੇਂ ਹੋਣੀ ਹੈ, ਕਿਹੜੀ ਗੱਲ ਮੇਰੇ ਲਈ ਕਰਨ ਯੋਗ ਹੈ, ਕਿਹੜੀ ਗੱਲ ਨਹੀਂ ਕਰਨ ਯੋਗ, ਮੇਰੇ ਲਈ ਬੁਰਾ ਕੀ ਹੈ, ਭਲਾ ਕੀ ਹੈ, ਯੋਗ ਕੀ ਹੈ, ਅਯੋਗ ਕੀ ਹੈ, ਇਹ ਜਿਹੜਾ ਮਾਰਗ ਹੈ ਜ਼ਿੰਦਗੀ ਦਾ, ਇਸ ਨੂੰ ਸਦੀਵੀ ਆਨੰਦ ਵਾਲਾ ਬਣਾਉਣ ਵਾਸਤੇ ਬੂਝਣ ਤੇਰੀ ਵਾਟ, ਤੇਰੇ ਵੱਲ ਲੈ ਕੇ ਜਾਣ ਵਾਲੀ, ਬੇਗਮਪੁਰੇ ਵੱਲ ਲੈ ਕੇ ਜਾਣ ਵਾਲੀ ਜਿਹੜੀ ਵਾਟ ਹੈ, ਮਾਰਗ ਹੈ, ਰਸਤਾ ਹੈ, ਉਹਦੀ ਪਛਾਣ ਹੁੰਦੀ ਰਹੇ, ਉਧਰ ਵੱਲ ਧਿਆਨ ਸੁਰਤੀ ਮੰਨਦਾ ਜਾਂਦਾ ਰਹੇ। ਤੇ ਮਹਾਰਾਜ ਕਹਿੰਦੇ ਫਿਰ ਇਹ ਸਵਾਰੀਆਂ ਤੁਹਾਨੂੰ ਕੁਝ ਨਹੀਂ ਕਹਿੰਦੀਆਂ, ਇਹ ਸਵਾਰੀਆਂ ਸਦੀਵੀ ਆਨੰਦ ਦਾ ਸਾਧਨ ਬਣ ਜਾਂਦੀਆਂ। ਤਰਕਸ਼ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ। ਤਰਕਸ਼ ਜਿਹੜਾ ਪੱਥਾ ਤੀਰਾਂ ਦਾ, ਤੀਰ ਕਮਾਨ, ਸਾਂਗ ਬਰਸ਼ੀ, ਤੇਗ ਬੰਦ ਅੱਜ ਨੂੰ ਅਸੀਂ ਗਾਤਰਾ ਕਹਿੰਦੇ ਹਾਂ, ਜਿਹਦੇ ਵਿੱਚ ਅਸੀਂ ਕਿਰਪਾਨ ਇਤਿਆਦਿ ਸ਼ਸਤਰ ਪਾਉਂਦੇ ਹਾਂ, ਇਹਨੂੰ ਤੇਗ ਬੰਦ ਆਖਦੇ। ਗੁਣ ਧਾਤ, ਮਹਾਰਾਜ ਕਹਿੰਦੇ ਇਹ ਸ਼ਸਤਰ ਪਾ ਕੇ ਤੁਸੀਂ ਤਰ੍ਹਾਂ ਤਰ੍ਹਾਂ ਦੇ ਸੋਹਣੇ ਸੋਹਣੇ ਆਪਣੇ ਆਪ ਨੂੰ ਸੂਰਬੀਰ ਕਹੋ। ਪਰ ਮਹਾਰਾਜ ਕਹਿੰਦੇ ਸੂਰਬੀਰਤਾ ਤੇ ਭਾਈ ਜਦੋਂ ਮਨ ਦੇ ਵਿਕਾਰਾਂ ਨੂੰ ਫਤਿਹ ਕਰਨ ਦੀ ਤੁਹਾਡੇ ਅੰਦਰ ਆਤਮਿਕ ਸ਼ਕਤੀ ਆ ਜਾਏ, ਬਲ ਆ ਜਾਏ, ਇਹਨਾਂ ਵਿਕਾਰਾਂ ਨੂੰ ਤੁਸੀਂ
ਪਛਾੜ ਸਕੋ, ਫਿਰ ਤੁਹਾਡੀ ਸੂਰਬੀਰਤਾ ਹੈ, ਫਿਰ ਤੁਹਾਡੇ ਮਨ ਦੀ ਬਾਦਸ਼ਾਹੀ ਹੈ। ਉਹ ਜਿਹੜਾ ਮਹਾਰਾਜ ਬਚਨ ਕਰਦੇ ਆ, ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ, ਪਾਤਸ਼ਾਹੀ ਪਾਤਸ਼ਾਹ, ਉਹ ਜਿਹੜੀ ਗੁਣਾਂ ਨੂੰ ਪ੍ਰਾਪਤ ਕਰਨ ਦੀ, ਗੁਣਾਂ ਵਾਸਤੇ ਧਾਤ ਤੋਂ ਭਾਵ ਉਤਸ਼ਾਹਤ ਹੋਣਾ, ਗੁਣ ਧਾਰਨੀ ਬਣਨਾ, ਗੁਣ ਗਾਹਕ ਬਣਨਾ, ਗੁਰੂ ਕੋਲੋਂ ਆ ਕੇ ਬੁਰਾਈਆਂ ਕਿਵੇਂ ਦੂਰ ਕਰਨੀਆਂ ਨੇ, ਚੰਗਿਆਈਆਂ ਦਾ ਧਾਰਨੀ ਕਿਵੇਂ ਬਣਨਾ, ਇਹਦੇ ਲਈ ਮਨ ਉਤਸ਼ਾਹਤ ਹੋ ਜਾਏ, ਸੁਰਤੀ ਜਿਹੜੀ ਹੈ ਇਸ ਪਾਸੇ ਵੱਲ ਉਦਮਸ਼ੀਲ ਹੋ ਜਾਏ। ਮਹਾਰਾਜ ਕਹਿੰਦੇ ਇਸ ਤਰੀਕੇ ਨਾਲ ਇਹ ਜਿਹੜੇ ਧਾਰਨ ਕੀਤੇ ਹੋਏ ਨਾਮ ਬਾਣੀ ਦੇ ਗੁਣਾਂ ਦੇ ਸ਼ਸਤਰ ਨੇ, ਇਹ ਤੁਹਾਨੂੰ ਸਦੀਵੀ ਆਨੰਦ ਦੇਣਗੇ। ਵਾਜਾ ਨੇਜਾ ਪਤ ਸਿਉ ਪ੍ਰਗਟ, ਕਰਮ ਤੇਰਾ ਮੇਰੀ ਜ਼ਾਤ, ਮੇਰੀ ਜ਼ਾਤ ਉੱਚੀ ਹੈ, ਮੈਂ ਇੰਨਾ ਵੱਡਾ ਦੁਨੀਆ ਦਾ ਬਾਦਸ਼ਾਹ, ਅਮੀਰ, ਵਜ਼ੀਰ। ਮਹਾਰਾਜ ਕਹਿੰਦੇ ਇਹਦੇ ਵਿੱਚੋਂ ਸਵਾਏ ਹੰਕਾਰ, ਈਰਖਾ, ਦਿਖਾਵਾ, ਦੰਭ, ਪਖੰਡ ਨਿਕਲਣ ਤੋਂ ਕੁਛ ਨਹੀਂ ਨਿਕਲਦਾ। ਇਹੀ ਗੱਲਾਂ ਨੇ ਜਿਹੜੀਆਂ ਤੁਹਾਨੂੰ ਬੇਇੱਜ਼ਤ ਹੀ ਨਹੀਂ ਕਰਦੀਆਂ, ਭਟਕਾਉਂਦੀਆਂ ਨੇ, ਸਹਿਮ ਵਿੱਚ ਲੈ ਕੇ ਜਾਂਦੀਆਂ। ਪਰ ਦਾਤਾਰ ਜੀ ਕਹਿੰਦੇ ਇਹ ਜਿਹੜੇ ਆਪਣੇ ਨਾਲ ਤੁਰਨ ਲੱਗਿਆਂ ਬਾਦਸ਼ਾਹ ਪਹਿਲਾਂ ਵਾਜੇ ਸੰਖ ਭੇਰੀਆਂ ਲੈ ਕੇ ਜਾਂਦੇ ਹੁੰਦੇ ਸੀਗੇ, ਆਲੇ ਦੁਆਲੇ ਬੰਦੇ, ਉਹਨਾਂ ਦੀ ਅਮੀਰੀ ਦੀ ਨਿਸ਼ਾਨੀ ਹੁੰਦੀ ਸੀ। ਅੱਜ ਕੱਲ੍ਹ ਸਵਾਰੀਆਂ ਅਤੇ ਐਸਕੌਟ ਵਾਲੀਆਂ, ਲਾਲ ਬੱਤੀਆਂ ਵਾਲੀਆਂ ਗੱਡੀਆਂ, ਇੱਧਰ ਬੰਦਿਆਂ ਨਾਲ 10-10 ਗੱਡੀਆਂ। ਸਾਹਿਬ ਕਹਿੰਦੇ ਅਮੀਰੀ ਦੀ ਨਿਸ਼ਾਨੀ ਬੰਦਾ ਦਿਖਾਵਾ ਹੀ ਕਰਦਾ ਪਿਆ ਨਾ। ਦਾਤਾਰ ਜੀ ਕਹਿੰਦੇ ਵਾਜਾ ਨੇਜਾ ਇਹ ਪੱਤ ਦਿਖਾਉਣ ਵਾਸਤੇ, ਇੱਜ਼ਤ ਦਿਖਾਉਣ ਵਾਸਤੇ ਹੈ ਨਾ। ਪਰ ਜੇ ਕਿਤੇ ਵਾਹਿਗੁਰੂ ਜੀ ਤੁਹਾਡੇ ਦਰ 'ਤੇ ਮੈਂ ਸੁਰਖਰੂ ਹੋ ਸਕਾਂ, ਪੱਤ ਨਾਲ ਜਾ ਸਕਾਂ, ਮੁੱਖ ਮੈਲਾ ਲੈ ਕੇ, ਮਨ ਮੈਲਾ ਲੈ ਕੇ ਨਾ, ਜਦੋਂ ਮੇਰੀ ਜ਼ਿੰਦਗੀ ਦਾ ਆਖਰੀ ਸਮਾਂ ਆਵੇ, ਮੇਰਾ ਮੁੱਖ ਉਜਲਾ ਹੋਵੇ, ਮੇਰਾ ਮਨ ਉਜਲਾ ਪਵਿੱਤਰ ਹੋਵੇ, ਮੇਰੀ ਸੁਰਤੀ ਬਿਰਤੀ ਅਤੇ ਵਿਕਾਰਾਂ ਦੀ ਮੈਲ ਨਾ ਹੋਵੇ, ਇੱਦਾਂ ਮੈਂ ਤੁਹਾਡੇ ਦਰ 'ਤੇ ਆ ਕੇ ਸੁਰਖਰੂ ਹੋਵਾਂ। ਮਹਾਰਾਜ ਕਹਿੰਦੇ ਇਹ ਬਿਰਤੀ ਜਿਹੜੀ ਹੈ ਨਾ, ਇਹ ਤੁਹਾਡੀ ਅੰਦਰ ਦੀ ਬਾਦਸ਼ਾਹੀ ਦੀ ਨਿਸ਼ਾਨੀ। ਕਰਮ ਤੇਰਾ ਮੇਰੀ ਜ਼ਾਤ, ਮੇਰੀ ਉੱਚੀ ਜ਼ਾਤ। ਆ ਪਿਤਾ ਪੁਰਖੀ ਨਾ ਹੋਵੇ ਜਿਹਦਾ ਹੰਕਾਰ ਕਰਦਿਆਂ ਕਰਦਿਆਂ ਅਸੀਂ ਦੁਨੀਆ ਨੂੰ ਕਹਿੰਦੇ ਤੂੰ ਜਾਣਦਾ ਨਹੀਂ ਮੈਂ ਕੌਣ ਹਾਂ। ਮਹਾਰਾਜ ਕਹਿੰਦੇ ਨਹੀਂ, ਤੁਹਾਡੀ ਬਖਸ਼ਿਸ਼ ਦਾ ਧਿਆਨ, ਤੁਹਾਡੀ ਬਖਸ਼ਿਸ਼ ਦੀ ਲੋੜ, ਇਹੋ ਹੀ ਮੇਰੀ ਉੱਚੀ ਜ਼ਾਤ ਬਣ ਜਾਏ। ਪਾਤਸ਼ਾਹ ਤੁਹਾਡੀ ਬਖਸ਼ਿਸ਼ ਹੋ ਜਾਏ, ਮੇਰੇ 'ਤੇ ਰਹਿਮ ਕਰ ਦਿਓ, ਮਿਹਰ ਕਰ ਦਿਓ ਮਿਹਰਬਾਨ। ਬਸ ਉਸ ਮਿਹਰ ਦੀ ਇੱਛਾ ਰੱਖੀ ਰੱਖਣਾ, ਇਹ ਮੇਰੀ ਉੱਚੀ ਜ਼ਾਤ ਬਣ ਜਾਏ। ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜੀ ਇੱਦਾਂ ਨਹੀਂ ਕਰਦੇ। ਮਹਾਰਾਜ ਕਹਿੰਦੇ ਤੁਸੀਂ ਇੱਦਾਂ ਦੀ ਬਿਰਤੀ, ਇੱਦਾਂ ਦੀ ਚੇਤਨਾ ਵਿੱਚ ਨਹੀਂ ਜਿਉਂਦੇ ਤਾਂ ਫਿਰ ਤੁਹਾਡਾ ਸਵਾਰੀਆਂ ਦਾ ਕੀਤਾ ਹੋਇਆ ਉਦਮ ਉਪਰਾਲਾ, ਸਵਾਰੀਆਂ ਪ੍ਰਾਪਤ ਕੀਤੀਆਂ ਜਿੰਨੀਆਂ ਮਰਜ਼ੀ ਕੀਮਤ ਹੋਣ, ਮਹਾਰਾਜ ਕਹਿੰਦੇ ਇਹ ਖੁਆਰੀ ਦਾ ਹੀ ਸਾਧਨ ਬਣ ਜਾਂਦੀਆਂ। ਜਿਤ ਚੜ੍ਹਿਆ ਤਨ ਪੀੜੀਐ, ਮਨ ਮਹਿ ਚਲੈ ਵਿਕਾਰ। ਤਨ ਪੀੜਤ ਹੋ ਗਿਆ, ਮਨ ਰੋਗੀ ਹੋ ਗਿਆ, ਵਿਕਾਰੀ ਹੋ ਗਿਆ। ਸਾਹਿਬ ਕਹਿੰਦੇ ਇਹੋ ਜਿਹੀਆਂ ਸਵਾਰੀਆਂ ਦੇ ਸੁੱਖ ਕਾਹਦੇ ਸੁੱਖ ਨੇ। ਘਰ ਮੰਦਰ ਖੁਸ਼ੀ ਨਾਮ ਕੀ ਦਰ, ਨਦਰ ਤੇਰੀ ਪਰਿਵਾਰ। ਘਰ ਦੀਆਂ ਗੱਲਾਂ ਕਰਦੇ ਬਣਾਉਂਦੇ ਹਾਂ ਅਸੀਂ ਘਰ, ਇਸ ਕਰਕੇ ਇੱਥੇ ਰਹੀਏ, ਸਾਡਾ ਪਰਿਵਾਰ ਹੋਵੇ, ਉਹਦੇ ਨਾਲ ਹੱਸੀਏ ਖੇਡੀਏ। ਕਿਸੇ ਨੌਕਰ ਚਾਕਰ ਹੋਣ, ਉਹਨਾਂ 'ਤੇ ਆਪਣਾ ਹੁਕਮ ਚਲਾਈਏ ਅਤੇ ਫਿਰ ਖੁਸ਼ ਹੋਈਏ। ਮਹਾਰਾਜ ਕਹਿੰਦੇ ਘਰ ਮੰਦਰ ਖੁਸ਼ੀ ਨਾਮ ਕੀ। ਪਾਤਸ਼ਾਹ ਇਹ ਘਰਾਂ ਵਿੱਚ ਰਹਿੰਦੇ ਆ, ਮੇਰੇ ਅੰਦਰ ਖੁਸ਼ੀ ਤੁਹਾਡੇ ਨਾਮ ਦੀ ਹੋਵੇ, ਤੁਹਾਡੇ ਸਿਮਰਨ ਦੀ ਹੋਵੇ। ਮੈਂ ਪਰਿਵਾਰ ਨਾਲ ਬੈਠ ਕੇ ਸ਼ੁਕਰ ਕਰਨਾ ਸਿੱਖ ਲਵਾਂ, ਤੁਹਾਡੀ ਸਤਸੰਗੀ ਨਾਮ ਦੀ ਯਾਦ ਵਿੱਚ ਜੁੜ ਸਕਾਂ, ਜੋੜ ਸਕਾਂ। ਇਹ ਨੌਕਰਾਂ ਚਾਕਰਾਂ 'ਤੇ ਹੁਕਮ ਜਤਾ ਕੇ ਆਪਣੇ ਆਪ ਨੂੰ ਵੱਡਾ ਕਹਾਉਣ ਦੀ ਬਿਰਤੀ ਨਾ ਹੋਵੇ। ਹੁਕਮ ਤੁਹਾਡਾ ਹੋਵੇ, ਮੈਂ ਤੁਹਾਡਾ ਚਾਕਰ ਹੋਵਾਂ, ਮੇਰਾ ਪਰਿਵਾਰ ਤੁਹਾਡਾ ਚਾਕਰ ਹੋਵੇ, ਅਤੇ ਤੁਹਾਡੀ ਨਾਮ ਦੀ ਚਾਕਰੀ ਕਰਦੇ ਹਾਂ, ਬਾਣੀ ਦੀ ਚਾਕਰੀ ਕਰਦੇ ਹਾਂ, ਉਹ ਤੁਹਾਡਾ ਹੁਕਮ ਮੈਨੂੰ ਭਲਾ ਲੱਗੇ। ਮਹਾਰਾਜ ਕਹਿੰਦੇ ਘਰ ਮੰਦਰ ਖੁਸ਼ੀ ਨਾਮ ਕੀ, ਨਦਰ ਤੇਰੀ ਪਰਿਵਾਰ। ਮੇਰੇ ਪਰਿਵਾਰ ਨਾਲ ਮਿਲ ਬੈਠ ਕੇ, ਇਹਨਾਂ ਘਰਾਂ ਵਿੱਚ ਰਹਿ ਕੇ ਤੁਹਾਡੀ ਨਜ਼ਰ ਦੀ ਮੰਗ ਮੇਰੇ ਅੰਦਰੋਂ ਉੱਠਦੀ ਰਹੇ। ਹੁਕਮ ਸੋਈ ਤੁਧ ਭਾਵ ਸੀ, ਹੋਰ ਆਖਣ ਬਹੁਤ ਅਪਾਰ। ਐਵੇਂ ਦੁਨੀਆ ਦੇ ਉੱਤੇ ਹੁਕਮ ਚਲਾ ਚਲਾ ਕੇ ਮੈਂ ਆਪਣੇ ਆਪ ਨੂੰ ਵੱਡਾ ਕਹਾਵਾਂ, ਇਹਦੀ ਜਗ੍ਹਾ ਦੇ ਉੱਤੇ ਹੁਕਮ ਸੋਈ, ਮੇਰਾ ਹੁਕਮ ਨਹੀਂ ਤੁਹਾਡਾ ਹੁਕਮ, ਅਤੇ ਇਹ ਮੈਨੂੰ ਚੰਗਾ ਲੱਗੇ। ਹੁਕਮ ਸੋਈ ਤੁਧ ਭਾਵ ਸੀ, ਜਿਹੜੀ ਗੱਲ ਤੁਹਾਨੂੰ ਚੰਗੀ ਲੱਗੇ ਮੈਂ ਉਸ ਗੱਲ ਨੂੰ ਆਪਣੇ ਲਈ ਭਲਾ ਜਾਣ ਕੇ ਤੁਹਾਡੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਜਾਚ ਸਿੱਖ ਸਕਾਂ। ਨਾਨਕ ਸੱਚਾ ਪਾਤਸ਼ਾਹ ਪੁੱਛ ਨਾ ਕਰੇ ਵਿਚਾਰ। ਮਹਾਰਾਜ ਕਹਿੰਦੇ ਜੇ ਇੱਦਾਂ ਦੀ ਗੁਰਮਤਿ ਜੀਵਨ ਜੁਗਤ ਵਿੱਚ ਜਿਉਣ ਦੀ ਤੁਹਾਨੂੰ ਸੋਝੀ ਗੁਰੂ ਕੋਲ ਆ ਕੇ, ਗੁਰੂ ਦੇ ਪਿਆਰਿਆਂ ਨਾਲ ਮਿਲ ਬੈਠ ਕੇ ਮਿਲ ਜਾਵੇ ਨਾ, ਅਤੇ ਯਾਦ ਰੱਖਿਓ ਗੁਰੂਦੇਵ ਕਹਿੰਦੇ ਮੈਂ ਤੁਹਾਨੂੰ ਇਹ ਨਿਸ਼ਚਾ ਦਿਵਾਉਣਾ, ਜਦੋਂ ਜ਼ਿੰਦਗੀ ਦਾ ਸਫ਼ਰ ਮੁੱਕੇਗਾ ਨਾ, ਤੁਹਾਡੇ ਜੀਵਨ
ਤੁਹਾਡੇ ਮਨ, ਤੁਹਾਡੀਆਂ ਸੁਰਤੀਆਂ ਇੰਨੀਆਂ ਪਵਿੱਤਰ ਹੋਣਗੀਆਂ ਕਿ ਕੋਈ ਲੇਖੇ ਜੋਖੇ ਦੀ ਗੱਲ ਹੀ ਨਹੀਂ ਰਹਿ ਜਾਏਗੀ। ਵਾਹਿਗੁਰੂ ਜੀ ਦੇ ਦਰ 'ਤੇ ਜਦੋਂ ਪਹੁੰਚੋਗੇ, ਇੱਥੋਂ ਮੁੱਖ ਸੁਰਖਰੂ ਲੈ ਗਏ, ਕੋਈ ਤੁਹਾਡਾ ਲੇਖਾ ਜੋਖਾ ਬਾਕੀ ਨਹੀਂ ਰਹਿ ਜਾਏਗਾ। ਕੋਈ ਜੰਮਦੀ ਕਾਣ, ਜੰਮਦੀ ਮੁਥਾਜੀ, ਧਰਮਰਾਜ ਦਾ, ਜਮਰਾਜ ਦਾ, ਮੌਤ ਦਾ ਡਰ ਤੁਹਾਨੂੰ ਡਰਾ ਨਹੀਂ ਸਕੇਗਾ। ਕੋਈ ਸ਼ਰਮਿੰਦਗੀ, ਪਛਤਾਵਾ ਜ਼ਿੰਦਗੀ 'ਚ ਨਹੀਂ ਰਹਿ ਜਾਏਗੀ। ਜਿਉਂਦਿਆਂ ਜਿਉਂਦਿਆਂ ਤੁਸੀਂ ਵਾਹਿਗੁਰੂ ਜੀ ਦੇ ਆਨੰਦ ਵਿੱਚ ਜਿਉਂਗੇ। ਨਾ ਬਾਬਾ ਹੋਰ ਸੌਣਾ ਖੁਸ਼ੀ ਖੁਆਰ ਜਿਤੁ ਸੁੱਤੈ ਤਨ ਪੀੜੀਐ, ਮਨ ਮੈਂ ਚਲੈ ਵਿਕਾਰ। ਇੱਥੇ ਸੌਣ ਦੀ ਗੱਲ ਸਰੀਰਕ ਨੀਂਦ ਦੀ ਗੱਲ ਨਹੀਂ ਹੈ। ਇਹ ਸੌਣਾ ਭਾਵ ਐਸ਼ੋ ਇਸ਼ਰਤ ਵਿੱਚ ਅਵੇਸਲੇ ਹੋ ਕੇ, ਲਾਪਰਵਾਹ ਹੋ ਕੇ, ਬੇਧਿਆਨੇ ਬੇਸੰਜਮੇ ਹੋ ਕੇ ਜਿਉਣਾ। ਕਿ ਮਹਾਰਾਜ ਕਹਿੰਦੇ ਉਹ ਸੌਣਾ, ਉਹ ਅਵੇਸਲੇ ਹੋ ਕੇ, ਸੁੱਤਿਆਂ ਸੁੱਤਿਆਂ ਮਨ ਦੇ ਸੁੱਤਿਆਂ ਦੇਖਣ ਸ਼ਕਤੀ ਮਿਲੀ, ਸੁਣਨ ਸ਼ਕਤੀ ਮਿਲੀ, ਬੋਲਣ ਸ਼ਕਤੀ ਮਿਲੀ। ਇਹਨੂੰ ਬੇਸੰਜਮੇ ਹੋ ਕੇ, ਬੇਧਿਆਨੇ ਹੋ ਕੇ ਵਰਤਣਾ। ਇਹੋ ਜਿਹੀ ਬੇਸੰਜਮੀ ਨੀਂਦ ਵਿੱਚ ਸੌਣਾ, ਮਹਾਰਾਜ ਕਹਿੰਦੇ ਇਹ ਖੁਸ਼ੀ ਨਹੀਂ ਦਿੰਦਾ, ਇਹ ਖੁਆਰੀ ਦਾ ਕਾਰਨ ਬਣਦਾ। ਤਨ ਪੀੜਤ ਹੁੰਦੇ ਨੇ, ਮਨ ਵਿਕਾਰੀ ਹੋ ਜਾਂਦੇ ਹੈ ਅਤੇ ਆਨੰਦ ਨਹੀਂ ਮਿਲਦਾ। ਅਤੇ ਲੋੜ ਤਾਂ ਸਾਨੂੰ ਆਨੰਦ ਦੀ ਹੈ। ਗੁਰੂ ਕਿਰਪਾ ਕਰਨ ਪਾਤਸ਼ਾਹ, ਤੁਹਾਡੀ ਗੁਰਮਤਿ ਜੁਗਤ ਜਿਹੜੀ ਤੁਸੀਂ ਇਸ ਸ਼ਬਦ ਰਾਹੀਂ ਸਾਨੂੰ ਬਖਸ਼ਿਸ਼ ਕੀਤੀ ਹੈ, ਮਨ ਸੰਤੋਖੀ ਹੋ ਜਾਏ, ਧਿਆਨ ਜਿਹੜਾ ਸੁਰਤੀ ਦਾ ਤੁਹਾਡੇ ਚਰਨ ਕਮਲਾਂ ਨਾਲ ਜੁੜੇ, ਕੀਰਤਨ ਨੂੰ ਕਰਨਾ, ਸੁਣਨਾ ਔਰ ਇਹਦੇ ਵਿੱਚੋਂ ਪਾਠ ਕਰਨਾ, ਸੁਣਨਾ, ਅਤੇ ਉਹਦੇ ਨਾਲ ਪਿਆਰ ਜੁੜਿਆ, ਕਰਮਕਾਂਡੀ ਨਾ ਬਣੇ, ਪਿਆਰ ਨਾਲ ਗਾਵੀਐ, ਸੁਣੀਐ, ਮਨ ਰੱਖੀਐ, ਭਾਉ ਦੀ ਬਿਰਤੀ ਵਿੱਚ ਅਸੀਂ ਆਪਣੇ ਜੀਵਨ ਦੇ ਸਵਾਸਾਂ ਨੂੰ ਗੁਜ਼ਾਰੀਏ ਨਾ, ਸਫਲਾ ਕਰਨਾ ਸਿੱਖ ਲਈਏ ਤਾਂ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਦਾ ਸੱਚ ਸਾਡੇ ਜੀਵਨ ਵਿੱਚ ਪ੍ਰਗਟ ਹੋ ਸਕਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਹ ਗਹਿਰ ਗੰਭੀਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ, ਸਾਡੇ ਮਨਾਂ ਵਿੱਚ, ਸੁਰਤੀਆਂ ਵਿੱਚ ਇਹ ਵਸ ਸਕੇ। ਮਨ ਬਚਨ ਕਰਮ ਕਰਕੇ ਅਮਲੀ ਰੂਪ ਵਿੱਚ ਇਹਦੇ ਅਸੀਂ ਧਾਰਨੀ ਹੋਣ ਸਕੀਏ, ਤਾਂ ਕਿ ਜ਼ਿੰਦਗੀ ਵਿੱਚ ਸਦੀਵੀ ਆਨੰਦ ਦਾ ਸਾਡਾ ਸੁਪਨਾ ਪੂਰਾ ਹੋ ਸਕੇ। ਇੰਨੇ ਸ਼ਬਦ ਪ੍ਰਵਾਨ ਕਰਨੇ। ਬਹੁਤ ਧੰਨਵਾਦ ਗੁਰੂ ਪਾਤਸ਼ਾਹ ਦਾ, ਸਮੂਹ ਪ੍ਰਬੰਧਕਾਂ ਦਾ, ਮੇਰੇ ਅਜ਼ੀਜ਼ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਰੀ ਅਤੇ ਸਮੂਹ ਸਾਧ ਸੰਗਤ ਤੁਹਾਡਾ ਸਾਰਿਆਂ ਦਾ, ਜਿਨ੍ਹਾਂ ਨੇ ਮਾਣ ਨਾਲ ਇਸ ਬਾਣੀ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਦਾ ਸੁਭਾਗ ਅਵਸਰ ਬਣਾਇਆ। ਗੁਰੂ ਕਿਰਪਾ ਕਰੀਏ ਸਤਸੰਗੀ ਪ੍ਰਵਾਹ ਇਵੇਂ ਹੀ ਚੱਲਦੇ ਰਹਿਣ। ਗੁਰੂ ਦਰ 'ਤੇ ਆਈਆਂ ਜਗਿਆਸੂ ਰੂਹਾਂ ਨਾਮ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਸਰਸ਼ਾਰ ਹੁੰਦੀਆਂ ਰਹਿਣ। ਅਸੀਸਾਂ ਦੇ ਕੇ ਵਿਦਾ ਕਰੋ। ਰਹਿੰਦੇ ਸਵਾਸ ਗੁਰਮਤਿ ਜੀਵਨ ਵਿੱਚ ਜੁਗਤ ਵਿੱਚ ਜਿਉਣ ਦੀ ਭੁੱਖ ਪਿਆਸ ਅੰਦਰ ਪੈਦਾ ਹੋਵੇ। ਬਹੁਤ ਧੰਨਵਾਦ। ਖਿਮਾ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ